ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 245 ਤੇ ਵਿਚਾਲੇ ਜੇ ਕਰਕੇ 2 ਨੰਬਰ ਹੈ। 2 ਨੰਬਰ ਤੋਂ ਬਾਅਦ ਆਵੋ ਦਇਆ ਕਰੇ ਜੀਓ ਪ੍ਰੀਤਮ ਅਤ ਪਿਆਰੇ ਕਾਮਨ ਬਿਨੋ ਕਰੇ ਜੀਓ ਸਚ ਸ਼ਬਦ ਸ਼ਿੰਗਾਰੇ। हे ਅਤੀ ਪਿਆਰੇ ਪ੍ਰੀਤਮ, ਦਇਆ ਕਰਕੇ ਮੇਰੇ ਹਿਰਦੇ 'ਚ ਆਓ। ਕਾਮਨ ਬਿਨੋ ਕਰੇ ਜੀਓ ਸਚ ਸ਼ਬਦ ਸ਼ਿੰਗਾਰੇ। ਸੱਚ ਪਰਮਾਤਮਾ ਦੇ ਸ਼ਬਦ ਨਾਮ ਨਾਲ ਕਾਮਣ ਜੀਵ ਇਸਤਰੀ ਪਰਮਾਤਮਾ ਦੇ ਨਾਮ ਦਾ ਸ਼ਿੰਗਾਰ ਕਰਕੇ ਪਰਮਾਤਮਾ ਨੂੰ ਬੇਨਤੀ ਕਰਦੀ ਹੈ ਕਿ हे ਮੇਰੇ ਅਤੀ ਪਿਆਰੇ ਪ੍ਰੀਤਮ, ਮੇਰੇ ਤੇ ਦਇਆ ਕਰੋ, ਮੇਰੇ ਘਰ ਆਓ। ਸੱਚ ਸ਼ਬਦ ਸ਼ਿੰਗਾਰੇ ਹਉਮੈ ਮਾਰੇ ਗੁਰਮੁਖ ਕਾਰਜ ਸਵਾਰੇ। ਜਿਹੜਾ ਪਰਮਾਤਮਾ ਦੇ ਨਾਮ ਦਾ ਸ਼ਿੰਗਾਰ ਕਰਦੀ ਹੈ, ਹਉਮੈ ਮਾਰੇ, ਆਪਣੇ ਅੰਦਰ ਹਉਮੈ ਨੂੰ ਖਤਮ ਕਰ ਲੈਂਦੀ ਹੈ। ਗੁਰਮੁਖ ਕਾਰਜ ਸਵਾਰੇ, ਗੁਰੂ ਮਹਾਰਾਜ ਉਹਦਾ ਕਾਰਜ ਸਵਾਰ ਦਿੰਦੇ ਹਨ। ਨਾਮ ਜਪਣਾ, ਹਉਮੈ ਨਹੀਂ ਕਿਸੇ ਪ੍ਰਕਾਰ ਦੀ ਕਰਨੀ, ਗੁਰੂ ਮਹਾਰਾਜ ਫਿਰ ਕਾਰਜ ਸਵਾਰ ਦਿੰਦੇ ਹਨ। ਜੁਗ ਜੁਗ ਏਕੋ ਸੱਚਾ ਸੋਈ ਬੂਝੈ ਗੁਰ ਵਿਚਾਰੇ। ਗੁਰੂ ਦੀ ਵਿਚਾਰ 'ਤੇ ਚੱਲ ਕੇ ਹੀ ਕਿਸੇ ਨੂੰ ਇਹ ਸਮਝ ਆਉਂਦੀ ਹੈ ਕਿ ਉਹ ਪਰਮਾਤਮਾ ਜਿਹੜਾ ਹਰ ਯੁੱਗ ਦੇ ਵਿੱਚ ਹੈ। ਇਹ ਨਹੀਂ ਕੋਈ ਯੁੱਗ ਪਰਮਾਤਮਾ ਤੋਂ ਖਾਲੀ ਹੈ, ਪਰਮਾਤਮਾ ਹਰ ਯੁੱਗ ਵਿੱਚ ਹੈ, ਭਾਵ ਹਰ ਸਮੇਂ ਹੈ। ਇਸ ਦੇ ਉਲਟ ਮਨਮੁਖ ਕਾਮ ਵਿਆਪੀ ਮੋਹ ਸੰਤਾਪੀ ਕਿਸ ਆਗੇ ਜਾਏ ਪੁਕਾਰੇ। ਜਿਹੜੀ ਮਨਮੁਖ ਜੀਵ ਇਸਤਰੀ ਹੈ ਉਹ ਕਾਮ ਵਿਆਪੀ, ਕਾਮ ਦੇ ਵਿੱਚ ਫਸੀ ਹੋਈ ਹੈ। ਮੋਹ ਸੰਤਾਪੀ, ਮੋਹ ਕਾਰਨ ਦੁਖੀ ਹੈ। ਸੰਤਾਪ ਮਾਨਸਿਕ ਦੁੱਖ ਨੂੰ ਕਹਿੰਦੇ। ਮੋਹ ਦੇ ਕਾਰਨ ਉਹ ਮਾਨਸਿਕ ਤੌਰ 'ਤੇ ਦੁਖੀ ਹੈ। ਕਿਸ ਆਗੇ ਜਾਏ ਪੁਕਾਰਿਓ, ਕਿਹਦੇ ਅੱਗੇ ਪੁਕਾਰ ਕਰੇ? ਕਿਉਂਕਿ ਜਿਹੜਾ ਗੁਰਮੁਖ ਹੈ ਉਹ ਤਾਂ ਗੁਰੂ ਅੱਗੇ ਬੇਨਤੀ ਕਰ ਲਏਗਾ। ਮਨਮੁਖ ਕਿਹਦੇ ਅੱਗੇ ਕਰੇ? ਉਹ ਤਾਂ ਕਿਸੇ ਗੁਰੂ ਪੀਰ ਨੂੰ ਮੰਨਦਾ ਹੀ ਨਹੀਂ ਹੈਗਾ, ਰੱਬ ਨੂੰ ਮੰਨਦਾ ਹੀ ਨਹੀਂ ਹੁੰਦਾ। ਇਸ ਲਈ ਜਿਹੜੀ ਮਨਮੁਖ ਜੀਵ ਇਸਤਰੀ ਹੈ ਉਹ ਕਾਮ ਦੇ ਅਧੀਨ ਹੈ, ਮੋਹ ਕਾਰਨ ਉਹ ਦੁਖੀ ਹੈ, ਤੇ ਕਿਸ ਦੇ ਅੱਗੇ ਜਾ ਕੇ ਪੁਕਾਰ ਕਰੇ? ਨਾਨਕ ਮਨਮੁਖ ਥਾਉ ਨਾ ਪਾਏ ਬਿਨ ਗੁਰ ਅਤ ਪਿਆਰੇ। ਜਿਹੜੀ ਮਨਮੁਖ ਜੀਵ ਇਸਤਰੀ ਹੈ ਉਹ ਪਿਆਰੇ ਗੁਰੂ ਤੋਂ ਬਿਨਾਂ ਉਹਨੂੰ ਪਰਮਾਤਮਾ ਦੇ ਦਰ 'ਤੇ ਕੋਈ ਥਾਂ ਨਹੀਂ ਮਿਲਦੀ। ਉਹਨੂੰ ਪਰਮਾਤਮਾ ਦੇ ਮਹਿਲ 'ਚ ਕੋਈ ਥਾਂ ਨਹੀਂ ਮਿਲਦੀ, ਕਿਉਂਕਿ ਮਨਮੁਖ ਹੈ। ਉਹਨੇ ਗੁਰੂ ਧਾਰਨ ਨਹੀਂ ਕੀਤਾ, ਮਨ ਮਰਜ਼ੀ ਕਰਦੀ ਹੈ। ਜਦੋਂ ਅਸੀਂ ਆਪਣੀ ਮਰਜ਼ੀ ਛੱਡ ਦਿਆਂਗੇ, ਗੁਰੂ ਦੀ ਮਰਜ਼ੀ ਅਨੁਸਾਰ ਜੀਵਨ ਜੀਵਾਂਗੇ, ਫਿਰ ਸਾਨੂੰ ਜ਼ਰੂਰ ਪਰਮਾਤਮਾ ਦੇ ਦਰ 'ਤੇ ਥਾਂ ਮਿਲੇਗੀ। ਅਸੀਂ ਕੁਝ ਕੁ ਆਪਣੀ ਮਰਜ਼ੀ ਛੱਡਦੇ ਹਾਂ, ਕੁਝ ਕੁ ਗੁਰੂ ਦੀ ਗ੍ਰਹਿਣ ਕਰਦੇ ਹਾਂ। ਇਸ ਲਈ ਇਸ ਜਨਮ ਸਾਡੀ ਗੱਲ ਬਣਦੀ ਨਹੀਂ ਹੋਊਗੀ। ਜਦੋਂ ਆਪਣੀ ਮਰਜ਼ੀ ਛੱਡ ਕੇ ਗੁਰੂ ਦੀ ਮਰਜ਼ੀ ਚੱਲੇਗੀ, ਫਿਰ ਗੱਲ ਬਣੇਗੀ। ਮੁੰਦ ਇਆਣੀ ਭੋਲੀ ਨਿਗੁਣੀਆਂ ਜੀਓ ਫਿਰ ਅਗੰਮ ਅਪਾਰਾ। ਇਹਨੂੰ ਅਗਮ ਨਹੀਂ ਪੜ੍ਹਨਾ, 99% ਪਾਠੀ ਕੀਰਤਨੀਏ ਇਹਨੂੰ ਅਗਮ ਕਹਿੰਦੇ ਨੇ। ਇਹ ਸੰਸਕ੍ਰਿਤ ਦਾ ਸ਼ਬਦ ਹੈ। ਸੰਸਕ੍ਰਿਤ ਦਾ ਸ਼ਬਦ ਹੈ ਗਮ, ਗੱਗੇ ਦੀ ਟਿੱਪੀ ਮੰਮਾ ਗਮ। ਗਮ ਮੈਨੇ ਪਹੁੰਚਣਾ। ਆੜਾ ਵਿਰੋਧੀ ਸ਼ਬਦ ਬਣ ਗਿਆ ਅਗੰਮ।
ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ। ਪਾਰਾ, ਜਿਹਦਾ ਪਰਲਾ ਬੰਨਾ ਪਤਾ ਹੋਵੇ। ਅਪਾਰ, ਜਿਹਦੇ ਪਰਲੇ ਬੰਨੇ ਦਾ ਪਤੇ, ਜਿਹਦਾ ਅੰਤ ਹੀ ਕੋਈ ਨਹੀਂ, ਬੇਅੰਤ। ਪਰਮਾਤਮਾ ਤੇ ਅਪਹੁੰਚ ਹੈ, ਬੇਅੰਤ ਹੈ। ਇਹ ਜਿਹੜੀ ਜੀਵ ਇਸਤਰੀ ਮੁੰਦ, ਜੀਵ ਇਸਤਰੀ, ਇਹ ਇਆਣੀ ਹੈ। ਸਿਆਣੀ ਦਾ ਵਿਰੋਧੀ ਸ਼ਬਦ ਹੈ ਇਆਣੀ, ਜਿਹਨੂੰ ਅਣਜਾਣ ਕਹਿੰਦੇ ਨੇ। ਇਹ ਜੀਵ ਇਸਤਰੀ ਸਿਆਣੀ ਨਹੀਂ ਹੈ, ਇਹ ਭੋਲੀ ਹੈ, ਇਹ ਅਗਿਆਨੀ ਹੈ, ਨਿਗੁਣੀਆਂ, ਇਹ ਗੁਣ ਰਹਿਤ ਹੈ। ਪਰ ਪਤੀ ਜਿਹੜਾ ਹੈ ਉਹ ਪਹੁੰਚ ਹੈ, ਬੇਅੰਤ ਹੈ। ਇਸ ਲਈ ਜੀਵ ਇਸਤਰੀ ਉਸ ਨੂੰ ਮਿਲ ਨਹੀਂ ਸਕਦੇ। ਹਾਂ, ਕਹਿੰਦੇ ਆਪੇ ਮੇਲ ਮਿਲੀਏ ਜੀਓ ਆਪੇ ਬਖਸ਼ਣਹਾਰ। ਹਾਂ, ਪਰਮਾਤਮਾ ਜੇ ਕਿਸੇ ਜੀਵ ਇਸਤਰੀ ਨੂੰ ਬਖਸ਼ ਦੇਵੇ, ਕਿਉਂਕਿ ਬਖਸ਼ਣਹਾਰ ਹੈ, ਤਾਂ ਫਿਰ ਉਹ ਪਰਮਾਤਮਾ ਦੇ ਨਾਲ ਮਿਲ ਸਕਦੀ ਹੈ। ਅਵਗਣ ਬਖਸ਼ਣਹਾਰਾ, ਕਾਮਣ ਕੰਤ ਪਿਆਰਾ, ਘਟ ਘਟ ਰਿਹਾ ਸਮਾਈ। ਪਰਮਾਤਮਾ ਔਗਣਾਂ ਨੂੰ ਬਖਸ਼ਣ ਵਾਲਾ ਹੈ। ਕਾਮਣ ਕੰਤ ਪਿਆਰਾ, ਜਿਸ ਜੀਵ ਇਸਤਰੀ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ, ਘਟ ਘਟ ਰਿਹਾ ਸਮਾਈ, ਉਹਦੇ ਹਿਰਦੇ 'ਚ ਪਰਮਾਤਮਾ ਵਸਦਾ ਹੈ। ਪਰਮਾਤਮਾ ਦੇ ਸਾਰਿਆਂ ਦੇ ਹਿਰਦੇ 'ਚ ਹੀ ਵਸਦਾ ਹੈ। ਪਰ ਜਿਹੜਾ ਜੀਵ ਪਰਮਾਤਮਾ ਨੂੰ ਪਿਆਰ ਕਰਦਾ ਹੈ, ਪਰਮਾਤਮਾ ਦੇ ਔਗਣਾਂ ਨੂੰ ਬਖਸ਼ ਦਿੰਦਾ ਹੈ। ਪ੍ਰੇਮ ਪ੍ਰੀਤ ਪਾਏ ਭਗਤੀ ਪਾਈਏ, ਸਤਿਗੁਰ ਬੂਝ ਬੁਝਾਈ। ਗੁਰੂ ਨੇ ਮੈਨੂੰ ਸੋਝੀ ਬਖਸ਼ੀ, ਬੂਝ ਸੋਝੀ, ਬੁਝਾਈ ਮੈਨੂੰ ਬਖਸ਼ੀ। ਸਤਿਗੁਰੂ ਨੇ ਮੈਨੂੰ ਸੋਝੀ ਬਖਸ਼ੀ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਪ੍ਰੇਮਾ ਭਗਤੀ ਨਾਲ ਹੁੰਦੀ। ਪ੍ਰੇਮ ਪ੍ਰੀਤ ਭਾਏ, ਪਿਆਰ ਨੂੰ ਕਹਿੰਦੇ ਨੇ, ਭਗਤੀ ਪਾਈ। ਜਦੋਂ ਅਸੀਂ ਪਿਆਰ ਸਹਿਤ ਭਗਤੀ ਕਰਦੇ ਹਾਂ ਤਾਂ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਗੱਲ ਕਹਿੰਦੇ ਗੁਰੂ ਨੇ ਸਮਝਾ ਦਿੱਤੀ ਹੈ। ਹਾਲਾਂਕਿ ਕਹਿੰਦੇ ਰੱਬ ਕਿਵੇਂ ਮਿਲਦਾ ਹੈ ਜੀ? ਅਤੇ ਗੁਰੂ ਮਹਾਰਾਜ ਕਹਿੰਦੇ ਪਿਆਰ ਸਹਿਤ ਪਰਮਾਤਮਾ ਦੀ ਭਗਤੀ ਕਰੀ ਜਾਓ ਸਮਾਂ ਆ ਕੇ, ਕਿਉਂਕਿ ਪਰਮਾਤਮਾ ਪਿਆਰ ਦੇ ਅਧੀਨ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਂਝ ਵੀ ਹੈ, ਅਗਰ ਤੁਸੀਂ ਕਿਸੇ ਦਾ ਮਨ ਜਿੱਤਣਾ ਹੈ ਤਾਂ ਉਹ ਪਿਆਰ ਨਾਲ ਹੀ ਜਿੱਤਿਆ ਜਾ ਸਕਦਾ। ਡੰਡੇ ਦੇ ਨਾਲ ਅਸੀਂ ਆਪਣੀ ਗੱਲ ਤੇ ਮਨਵਾ ਸਕਦੇ ਹਾਂ, ਪਰ ਉਹਦੇ ਮਨ ਨੂੰ ਨਹੀਂ ਜਿੱਤ ਸਕਦੇ। ਜਦੋਂ ਅੱਤਵਾਦ ਦਾ ਜ਼ਮਾਨਾ ਸੀ, ਉਹ ਡੰਡੇ ਦੇ ਜ਼ੋਰ ਨਾਲ ਕਹਿੰਦੇ ਸਾਰੇ ਖਾਕੀ, ਸਾਰੇ ਖੱਟੀਆਂ ਪੱਗਾਂ ਬੰਨੋ, ਸਾਰੀ ਔਰਤਾਂ ਖੱਟੀਆਂ ਚੁੰਨੀਆਂ ਲਾਓ। ਡੰਡੇ ਦੇ ਜ਼ੋਰ ਨਾਲ ਕੁਝ ਸਮਾਂ ਉਹਨਾਂ ਨੇ ਗੱਲ ਮਨਾ ਲਈ। ਉਹ ਜਦੋਂ ਮਰ ਮੁਰ ਗਏ, ਗੱਲ ਖਤਮ ਹੋ ਗਈ। ਪਿਆਰ ਨਾਲ ਜਦੋਂ ਆਪਾਂ ਕਿਸੇ ਦਾ ਮਨ ਜਿੱਤਦੇ ਹਾਂ, ਫਿਰ ਸਦਾ ਲਈ ਸਾਡਾ ਹੋ ਜਾਂਦਾ ਹੈ। ਜਿਸ ਦਾ ਵੀ ਤੁਸੀਂ ਮਨ ਜਿੱਤਣਾ ਹੈ, ਉਸ ਨੂੰ ਪਿਆਰ ਕਰਨਾ ਪਏਗਾ। ਪਰਮਾਤਮਾ ਦਾ ਵੀ ਜੇ ਮਨ ਜਿੱਤਣਾ ਤਾਂ ਵੀ ਉਹਨੂੰ ਪਿਆਰ ਕਰਨਾ ਪਏਗਾ। ਪਿਆਰ ਹੀ ਇੱਕ ਸਾਧਨ ਹੈ ਦੂਸਰੇ ਨੂੰ ਆਪਣੇ ਵੱਲ ਕਰਨ ਦਾ। ਤਾਂ ਕਹਿੰਦੇ ਨੇ ਸਤਿਗੁਰੂ ਨੇ ਮੈਨੂੰ ਸੋਝੀ ਬਖਸ਼ੀ ਹੈ ਕਿ ਪ੍ਰੇਮ ਪ੍ਰੀਤ ਭਾਏ ਭਗਤੀ ਪਾਈਏ। ਪਿਆਰ ਸਹਿਤ, ਪ੍ਰੇਮ ਸਹਿਤ ਭਗਤੀ ਕਰਕੇ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਅਤੇ ਜਦੋਂ ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਸਦਾ ਆਨੰਦ ਰਹੇ ਦਿਨ ਰਾਤ। ਉਹ ਦਿਨ ਰਾਤ ਆਨੰਦ 'ਚ ਰਹਿੰਦੀ ਹੈ। ਅਣਦਿਨ ਰਹਿ ਲਿਵ ਲਾਏ, ਦਿਨ ਰਾਤ ਲਿਵ ਲਾ ਕੇ ਰੱਖਦੀ ਹੈ, ਕਿਉਂਕਿ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ। ਪਰਮਾਤਮਾ ਨੂੰ ਪਰਮਾਨੰਦ ਕਿਹਾ ਗਿਆ ਹੈ, ਪਰਮ ਆਨੰਦ। ਜਦੋਂ ਉਹਦੀ ਪ੍ਰਾਪਤੀ ਹੁੰਦੀ ਹੈ, ਫਿਰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਰਮਾਤਮਾ ਦੀ ਪ੍ਰਾਪਤੀ ਤੋਂ ਬਾਅਦ ਫਿਰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਫਿਰ ਉਸ ਆਨੰਦ ਦੇ ਵਿੱਚ ਇਹ ਜੀਵ ਦਿਨ ਰਾਤ ਪਰਮਾਤਮਾ ਲਿਵ ਲਾ ਕੇ ਰੱਖਦਾ ਹੈ।
प्रेम प्रीत पाए भगति पाइयै, प्रेम प्रीत पाए भगति पाइयै। सतगुर बूझ बुझाई, सतगुर बूझ बुझाई। सदा आनंद रहे दिन राति, सदा आनंद रहे दिन राति। अन दिन रह लिवलाई, अन दिन रह लिवलाई। सो प्रेमा भगती नाल परमात्मा की प्राप्ति होंदी है। जे प्यार है नहीं तो जे वैगरू वैगरू करते तां भी गल नहीं बनती। जिन्हों मिलना है, जिसनों प्राप्त करना है, उन्होंने प्यार करना भी जरूरी है। नानक सहजे हर बार पाया, सातन नौ निध पाई। फिर इहो जी जीव इस्त्री नूं सहजे ही परमात्मा वर दे तौर पर प्राप्त हो जाता है। जिस जीव इस्त्री नूं परमात्मा पति के तौर पर प्राप्त हो जाता है, साधन नौ निध पाई। है समझो उस जीव इस्त्री नौ निधियां प्राप्त हो गई। संसार के सारे सुखों का खजाना उसनूं प्राप्त हो गया है। क्योंकि परमात्मा तो नूं मिलण तो बाद फिर दुख रहिंदा ही नहीं है, फिर सुख ही सुख हुंदा है। अगे कहते गौड़ी महला तीजा, माया सार सबल वरतै जियो, क्यों कर दुतर तरिया जाए। सार मेरे सरोवर भी हुंदा, इत्थे सर तो भावे समुंदर। माया रूपी समुंदर सबल है, बड़ा ताकतवर है। क्यों कर दुतर तरिया जाए। दुतर जिहड़ा तरना औखा होवे, 2 महीने औखा, 4 महीने तरना। दुतार कट्ठा पकड़े दुतर। माया का समुंदर जिहड़ा है ये बहुत ताकतवर है, बहुत विशाल है। इनू किवें तरिया जा सकता है, क्योंकि तरना कठिन बहुत है। अगे उत्तर दिता, राम नाम कर बोहिथा जियो, शब्द खेवट विच पाई। बोहित जहाज नूं कहंदे ने, खेवट मलाह नूं कहंदे ने। राम दे नाम नूं जहाज बना ते गुरु दे शब्द जिहड़ा मलाह बना। परमात्मा दे नाम नूं जहाज बना, गुरु दे शब्द पर गुरबाणी नूं की कर मलाह बना। फिर की होएगा, शब्द खेवट विच पाए, हर आप लंघाए, इन बिध दुतर तरिए। जद असी परमात्मा दे नाम रूपी गुरु दे शब्द रूपी खेवट मलाह विच खड़ा कर देंगे ना जहाज दे, हर आप लंघाए। परमात्मा उस जहाज नूं आप पार लंघांदा है। इन बिध दुतर तरिए। इस तरह जिहड़ा कठिन संसार समुंदर है, माया का समुंदर है, इस तरह उसनूं तरिया जा सकता है। माया सार सबल वरतै जियो, माया सार सबल वरतै जियो। माया सार सबल वरतै, क्यों कर दुतर तरिया जाए, क्यों कर दुतर तरिया जाए। राम नाम कर बोहिथा जियो, राम नाम कर बोहिथा जियो। शब्द खेवट विच पाए, शब्द खेवट विच पाए।
ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲੰਘਾਏ। ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲੰਘਾਏ। ਇਨ ਬਿਦ ਦੁਤਰ ਤਰੀਐ ਇਨ ਬਿਦ ਦੁਤਰ ਤਰੀਐ। ਸੋ ਇਹ ਮਾਇਆ ਰੂਪੀ ਸੰਸਾਰ ਹੈ। ਇਹ ਮਾਇਕ ਸੰਸਾਰ ਤੋਂ ਬਚ ਕੇ ਰਹਿਣਾ ਬੜਾ ਮੁਸ਼ਕਿਲ ਹੈ। ਮਾਇਆ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ। ਮਾਇਆ ਦੀ ਖਾਤਰ ਲੋਕ ਦੀਨ ਅਮਾਨ ਵੇਚਣ ਲਈ ਸ਼ੁਰੂ ਹੋ ਜਾਂਦੇ ਹਨ, ਸਭ ਕੁਛ ਕਰਦੇ ਨੇ। ਮਾਇਆ ਦੀ ਖਾਤਰ ਬੀਬੀਆਂ ਨੰਗੀਆਂ ਵੀ ਹੋ ਸਕਦੀਆਂ ਹਨ। ਮਾਇਆ ਦੀ ਖਾਤਰ ਸਰੀਰ ਵੇਚੇ ਵੀ ਜਾ ਸਕਦੇ ਹਨ। ਸੋ ਇਸ ਹਾਲਾਤ ਦੇ ਵਿੱਚ ਮਾਇਆ ਦੇ ਪ੍ਰਭਾਵ ਤੋਂ ਬਚ ਕੇ ਰਹਿਣਾ ਬਹੁਤ ਮੁਸ਼ਕਿਲ ਹੈ। ਉਹ ਤਾਂ ਹੀ ਹੈ ਜੇ ਅਸੀਂ ਪਰਮਾਤਮਾ ਦਾ ਨਾਮ ਜਪੀਏ, ਬਾਣੀ ਪੜ੍ਹੀਏ, ਫਿਰ ਪਰਮਾਤਮਾ ਕਿਰਪਾ ਕਰਦਾ, ਸਾਡਾ ਪਾਰ ਉਤਾਰਾ ਕਰ ਦਿੰਦਾ। ਗੁਰਮੁਖ ਭਗਤ ਪ੍ਰਾਪਤ ਹੋਵੇ ਜੀਵਤਿ ਇਉਂ ਮਰੀਏ। ਗੁਰੂ ਰਾਹੀਂ ਭਗਤੀ ਦੀ ਪ੍ਰਾਪਤੀ ਹੁੰਦੀ ਹੈ। ਫਿਰ ਬੰਦਾ ਜਿਉਂਦਿਆਂ ਹੀ ਮਰ ਜਾਂਦਾ ਹੈ। ਜਿਉਂਦਿਆਂ ਮਰਨ ਤੋਂ ਭਾਵੇਂ ਮਾਇਆ ਮੋਹ ਦਾ ਤਿਆਗ ਕਰ ਦਿੰਦਾ ਹੈ। ਇਹ ਮਾਇਆ ਮੋਹ ਤੋਂ ਬਚ ਜਾਂਦਾ ਹੈ, ਇਸ ਤੋਂ ਉੱਪਰ ਉੱਠ ਜਾਂਦਾ ਹੈ, ਕਿਉਂਕਿ ਉਹਨੂੰ ਗੁਰੂ ਤੋਂ ਭਗਤੀ ਦੀ ਪ੍ਰਾਪਤੀ ਹੋ ਗਈ। ਭਗਤੀ ਕਰਦਾ ਰਹਿੰਦਾ ਕਰਦਾ ਰਹਿੰਦਾ ਕਰਦਾ ਰਹਿੰਦਾ। ਇਹ ਮੋਹ ਮਾਇਆ 'ਚ ਨਹੀਂ ਫਸਦਾ। ਉਹ ਮਾਇਆ ਦੀ ਖਾਤਰ ਆਪਣਾ ਅਸੂਲ ਨਹੀਂ ਤਿਆਗਦਾ। ਖਿਨ ਮੈਂ ਰਾਮ ਨਾਮ ਕਿਲਵਿਖ ਘਾਟੇ ਭਏ ਪਵਿੱਤ ਸਰੀਰ। ਖਿਨ ਕਸ਼ਣ, ਹਿੰਦੀ ਕਹਿੰਦੇ ਕਸ਼ਣ, ਪੰਜਾਬੀ ਕਹਿੰਦੇ ਖਿਨ, ਇੰਗਲਿਸ਼ ਕਹਿੰਦੇ ਸੈਕਿੰਡ। ਖਿਨ ਮੈਂ ਰਾਮ ਨਾਮ ਕਿਲਵਿਖ ਘਾਟੇ। ਕਿਲਵਿਖ ਹੁੰਦਾ ਪਾਪ। ਰਾਮ ਨਾਮ, ਪਰਮਾਤਮਾ ਦਾ ਨਾਮ ਇੱਕ ਸੈਕਿੰਡ ਵਿੱਚ ਪਾਪਾਂ ਨੂੰ ਕੱਟ ਦਿੰਦਾ, ਪਾਪਾਂ ਦਾ ਨਾਸ਼ ਕਰ ਦਿੰਦਾ ਹੈ। ਭਏ ਪਵਿੱਤ ਸਰੀਰ, ਅਤੇ ਸਰੀਰ ਪਵਿੱਤਰ ਹੋ ਜਾਂਦਾ ਹੈ। ਕਿ ਜਦੋਂ ਅੰਦਰ ਪਾਪ ਹੀ ਖਤਮ ਹੋ ਗਏ ਤਾਂ ਫਿਰ ਸਰੀਰ ਪਵਿੱਤਰ ਹੋ ਜਾਂਦਾ ਹੈ। ਨਾਨਕ ਰਾਮ ਨਾਮ ਨਿਸਤਾਰਾ। ਗੁਰਮੁਖੇ ਪਰਮਾਤਮਾ ਦੇ ਨਾਮ ਰਾਹੀਂ ਹੀ ਜੀਵ ਦਾ ਪਾਰ ਉਤਾਰਾ ਹੁੰਦਾ। ਨਿਸਤਾਰਾ, ਪਾਰ ਉਤਾਰਾ। ਕੰਚਨ ਭਏ ਮਨੂਰਾ। ਕੰਚਨ ਦਾ ਸੋਨਾ, ਮਨੂਰ ਹੁੰਦਾ ਜੰਗਾਲਿਆ ਹੋਇਆ ਲੋਹਾ। ਉਹ ਲੋਹਾ ਜਿਸ ਨੂੰ ਜੰਗਾਲ ਲੱਗ ਜੇ, ਕਿਸੇ ਕੰਮ ਦਾ ਨਹੀਂ ਹੁੰਦਾ, ਨਿਕੰਮਾ ਲੋਹਾ ਹੁੰਦਾ। ਕਹਿੰਦੇ ਜਿਹੜਾ ਜੰਗਾਲਿਆ ਹੋਇਆ ਲੋਹਾ ਹੈ ਉਹ ਵੀ ਸੋਨਾ ਹੋ ਜਾਂਦਾ ਹੈ। ਭਾਵ ਜਿਹੜਾ ਨਿਕੰਮਾ ਮਨੁੱਖ ਹੈ ਉਹ ਵੀ ਇਹ ਕਲਾਸ ਬੰਦਾ ਬਣ ਜਾਂਦਾ ਹੈ ਜੋ ਪਰਮਾਤਮਾ ਦਾ ਨਾਮ ਜਪੇਗਾ। ਤਾਂ ਪਰਮਾਤਮਾ ਦੇ ਨਾਮ ਰਾਹੀਂ ਪਾਰ ਉਤਾਰਾ ਹੁੰਦਾ ਹੈ। ਅਤੇ ਜੰਗਾਲੇ ਲੋਹੇ ਵਰਗਾ ਜਿਹੜਾ ਬੰਦਾ ਹੈ, ਭਾਵ ਜਿਸ ਦੀ ਕੋਈ ਕੀਮਤ ਨਹੀਂ ਹੈ, ਉਹ ਵੀ ਸੋਨੇ ਵਰਗਾ ਸ਼ੁੱਧ ਅਤੇ ਪਵਿੱਤਰ ਹੋ ਜਾਂਦਾ ਹੈ। ਸੰਸਾਰ ਵਿੱਚ ਇੱਕੋ ਧਾਤ ਸੋਨਾ ਹੈ ਜਿਹੜੀ ਧਰਤੀ ਵਿੱਚ ਸ਼ੁੱਧ ਰੂਪ 'ਚ ਨਿਕਲਦੀ ਹੈ। ਬਾਕੀ ਸਾਰੀਆਂ ਧਾਤਾਂ ਨੂੰ ਧਰਤੀ 'ਚੋਂ ਕੱਢ ਕੇ ਸ਼ੁੱਧ ਕਰਨਾ ਪੈਂਦਾ। ਸੋਨਾ ਨਿਕਲਦਾ ਹੀ ਸ਼ੁੱਧ ਹੈ। ਸੋਨਾ ਡਲੀਆਂ 'ਚ ਨਹੀਂ ਮਿਲਦਾ। ਸੋਨੇ ਦੀਆਂ ਤਾਰਾਂ ਹੁੰਦੀਆਂ ਨੇ। ਜਿਹੜੇ ਜਿੱਥੇ ਸੋਨੇ ਦੀ ਖਾਣ ਹੈ, ਕੁਲਾਰ ਦੀ ਖਾਣ ਹੈ ਕਰਨਾਟਕ ਦੇ ਵਿੱਚ। ਇੱਕੋ ਇੱਕ ਖਾਣ ਹੈ ਹਿੰਦੁਸਤਾਨ ਜਿੱਥੋਂ ਸੋਨਾ ਨਿਕਲਦਾ ਹੈ। ਉਹ ਪੁੱਟਦੇ ਰਹਿੰਦੇ ਨੇ, ਪੁੱਟਦੇ ਰਹਿੰਦੇ। ਫਿਰ ਕਾਫੀ ਦੇਰ ਬਾਅਦ ਪੱਥਰ ਦੇ ਦੁਆਲੇ ਇੱਕ ਤਾਰ ਜਿਹੀ ਵਾਲੀ ਹੁੰਦੀ ਹੈ, ਉਹ ਕੱਢ ਲੈਂਦੇ ਨੇ। ਫਿਰ ਅੱਗੇ ਪੁੱਟਦੇ ਰਹਿੰਦੇ ਨੇ, ਫਿਰ ਕੋਈ ਤਾਰ ਮਿਲ ਗਈ ਹੈ। ਸੋਨਾ ਤਾਰਾਂ 'ਚ ਮਿਲਦਾ ਹੈ। ਸੋਨੇ 'ਚ ਦੂਜੀ ਖੂਬੀ ਹੈ, ਇਹਨੂੰ ਪਾਣੀ 'ਚ ਰੱਖੋ, ਕਿਸੇ ਥਾਂ 'ਤੇ ਤੁਸੀਂ ਰੱਖੋ, ਇਹਨੂੰ ਜੰਗਾਲ ਨਹੀਂ ਲੱਗਦਾ। ਇਹ ਜੰਗਾਲ ਨਹੀਂ, ਇਹ ਉਸੇ ਤਰ੍ਹਾਂ ਸ਼ੁੱਧ ਸਰੂਪ 'ਚ ਹੀ ਰਹਿੰਦਾ। ਬਾਕੀ ਇਹ 'ਚ ਲਚਕ ਇਤਨੀ ਹੈ ਕਿ 1 ਤੋਲਾ ਸੋਨੇ ਤੋਂ ਤੁਸੀਂ 1 ਕਿਲੋਮੀਟਰ ਲੰਮੀ ਤਾਰ ਬਣਾ ਸਕਦੇ ਹੋ। ਇਹ ਨਹੀਂ ਲਚਕ ਇਹਦੇ 'ਚ।
ਉਸ ਨੂੰ ਕੁੱਟੀ ਜਾਓ, ਕੁੱਟੀ ਜਾਓ, ਕੁੱਟੀ ਜਾਓ, ਲੰਮਾ ਕਰੀ ਜਾਓ, ਕਰੀ ਜਾਓ, ਕਰੀ 1 ਕਿਲੋਮੀਟਰ ਲੰਮੀ ਤਾਰ ਬਣ ਜਾਏਗੀ 1 ਤੋਲੇ ਸੋਨੇ ਤੋਂ। ਇਸ ਲਈ ਸਾਰੇ ਸੰਸਾਰ 'ਚ ਸੋਨੇ ਦੀ ਕੀਮਤ ਹੈ। ਸਾਰੀਆਂ ਸਰਕਾਰਾਂ ਨੂੰ ਸੋਨਾ ਰਿਜ਼ਰਵ ਰੱਖਣਾ ਪੈਂਦਾ ਹੈ। ਜਿਸ ਦੇਸ਼ ਕੋਲ ਰਿਜ਼ਰਵ ਸੋਨਾ ਜ਼ਿਆਦਾ ਹੁੰਦਾ ਉਹਨੂੰ ਅਮੀਰ ਗਿਣਿਆ ਜਾਂਦਾ ਹੈ। ਜਦੋਂ ਮੁਰਾਰਜੀ ਦੇਸਾਈ ਵੇਲੇ ਜਦੋਂ ਮਹਿੰਗਾਈ ਬਹੁਤ ਹੋ ਗਈ, ਉਸ ਨੂੰ ਘਟਾਉਣ ਲਈ ਸਰਕਾਰ ਨੇ ਜਿਹੜਾ ਆਪਣੇ ਕੋਲ ਸੋਨਾ ਸੀ ਉਹ ਬਾਜ਼ਾਰ 'ਚ ਵੇਚਣਾ ਸ਼ੁਰੂ ਕੀਤਾ। ਸੋ ਤਾਂ ਸੋਨੇ ਦੀ ਮਹਾਨਤਾ ਹੈ। ਸੋਨੇ ਨੂੰ ਦੁਬਾਰਾ ਵੀ ਵੇਚਿਆ ਜਾ ਸਕਦਾ ਹੈ। ਤੁਸੀਂ ਸੋਨੇ ਦੀ ਛਾਪ ਬਣਾਈ ਹੈ, ਠੀਕ ਹੈ, ਉਹ ਸਾਲ 2 ਸਾਲ ਜਿੰਨੀ ਘਸ ਗਈ ਉਨੀ ਘਟ ਗਈ, ਤੁਹਾਨੂੰ ਬਾਕੀ ਪੈਸੇ ਮਿਲ ਜਾਂਦੇ ਨੇ। ਤੁਸੀਂ ਛਾਪ ਦੇ ਵਿੱਚ ਹੀਰੇ ਲਵਾ ਲਏ ਨੇ, ਉਹ ਨਹੀਂ ਵਿਕਣਗੇ ਮੁੜ ਕੇ, ਕਿਉਂ ਹੀਰਾ ਤੋੜ ਤੋੜ ਕੇ ਉਹਦੇ 'ਚ ਲਾਇਆ ਹੁੰਦਾ ਹੈ, ਉਹ ਫਿਰ ਦੁਬਾਰਾ ਨਹੀਂ ਵਿਕਦਾ। ਸੋਨਾ ਇੱਕ ਐਸੀ ਚੀਜ਼ ਹੈ ਜਿਹੜਾ ਸਦੀਆਂ ਤੱਕ ਵਾਰੀ ਵਾਰੀ ਵਿਕ ਸਕਦਾ ਹੈ। ਹੀਰਾ ਜੇ ਤੁਸੀਂ ਛਾਪ 'ਚ ਲਵਾ ਲਓਗੇ ਉਹ ਛਾਪ ਨਹੀਂ ਤੁਹਾਡੀ ਵਿਕੇਗੀ। ਸੋ ਜਿਹੜਾ ਮਨੂਰ ਹੋਇਆ ਜੰਗਾਲਿਆ ਲੋਕ ਹੈ, ਨਖਿੱਧ ਇਨਸਾਨ ਜਿਹੜਾ ਹੈ, ਉਹ ਵੀ ਸੋਨੇ ਵਰਗਾ ਏ ਕਲਾਸ ਇਨਸਾਨ ਬਣ ਜਾਂਦਾ ਹੈ ਜੇ ਉਹ ਨਾਮ ਜਪਦਾ ਰਹੇ। ਸੱਜਣ ਠੱਗ ਹੈ, ਨਾਮ ਜਪ ਜਪ ਕੇ ਦੇਖੋ ਸਿੱਖ ਧਰਮ ਦਾ ਪ੍ਰਚਾਰਕ ਹੋ ਗਿਆ। ਕੌਡਾ ਰਾਖਸ਼ ਹੈ, ਬੰਦੇ ਮਾਰ ਮਾਰ ਕੇ ਖਾਂਦਾ, ਨਾਮ ਜਪ ਜਪ ਕੇ ਮੱਧ ਪ੍ਰਦੇਸ਼ ਦਾ ਪ੍ਰਚਾਰਕ ਬਣ ਗਿਆ। ਕਿਉਂ? ਨਾਮ ਜਪੀ ਗਿਆ, ਜਪੀ ਗਿਆ, ਜਪੀ ਗਿਆ। ਨਾਮ ਹੀ ਇੱਕ ਹੈ ਜਿਹੜਾ ਸਾਨੂੰ ਪਰਮਾਤਮਾ ਵਰਗਾ ਬਣਾਉਂਦਾ ਹੈ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ। ਬਾਣੀ ਕਹਿੰਦੇ ਜਿਹੜੇ ਰੱਬ ਦੇ ਗੁਣ ਨੇ ਪਰਮਾਤਮਾ ਗੁਣ ਤੁਹਾਡੇ ਵਿੱਚ ਆਪਣੇ ਆਪ ਪ੍ਰਵੇਸ਼ ਕਰੀ ਜਾਣਗੇ। ਸਮਾਂ ਪਾ ਕੇ ਜਦੋਂ ਸਾਡੇ ਗੁਣ ਅਤੇ ਪਰਮਾਤਮਾ ਦੇ ਗੁਣ ਇੱਕੋ ਵਰਗੇ ਹੋ ਗਏ, ਸਾਡਾ ਪਰਮਾਤਮਾ ਨਾਲ ਮੇਲ ਹੋ ਜਾਣਾ ਹੈ। ਸਾਧਨ ਇੱਕੋ ਹੀ ਹੈ, ਉਸਦਾ ਨਾਮ ਜਪੀ ਜਾਣਾ ਬਸ। ਵਾਹਿਗੁਰੂ 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 ਕਰੀ ਜਾਣਾ। ਮੈਂ ਇੱਕ ਵਾਰ ਬੈਠਾ ਸੋਚਦਾ ਵੀ ਇੱਕ ਸ਼ਬਦ 'ਚ ਤਾਕਤ ਕਿੰਨੀ ਹੈ। ਦੇਖੋ 4 ਅੱਖਰ ਨੇ, ਰਾਮ ਤੋਂ ਉਦੋਂ ਵੀ ਛੋਟਾ 2 ਹੀ ਅੱਖਰ ਨੇ। ਰਾਮ 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 ਕਰਦਿਆਂ ਬੰਦਾ ਰਾਮ ਵਰਗਾ ਹੋ ਜਾਂਦਾ। ਇੱਕ ਤਾਂ ਸ਼੍ਰੀ ਰਾਮ ਚੰਦਰ ਜੀ ਹੋਏ, ਉਹ ਨਹੀਂ। ਜਿਹੜੇ ਪਰਮਾਤਮਾ ਰਾਮ ਦਾ ਸ਼ਬਦੀ ਅਰਥ ਹੈ ਰਮਿਆ ਹੋਇਆ, ਜਿਹੜਾ ਸਾਰਿਆਂ ਦੇ ਵਿੱਚ ਵਸਦਾ ਹੈ। ਜਦੋਂ ਕੋਈ ਰਾਮ ਰਾਮ ਕਰਦਾ ਤਾਂ ਐਕਚੁਅਲੀ ਉਹਦਾ ਹੁੰਦਾ ਉਹ ਪਰਮਾਤਮਾ ਨੂੰ ਯਾਦ ਕਰ ਰਿਹਾ ਹੈ। ਹਾਂ, ਅਗਰ ਉਹ ਰਾਮ ਚੰਦਰ ਦੀ ਮੂਰਤੀ ਅੱਗੇ ਬੈਠ ਕੇ ਰਾਮ ਰਾਮ ਕਰਦੇ ਤਾਂ ਮਤਲਬ ਫਿਰ ਉਹਨੇ ਰਾਮ ਚੰਦਰ ਨੂੰ ਪ੍ਰਾਪਤ ਕਰਨਾ। ਸੋ ਪਰਮਾਤਮਾ ਦੇ ਨਾਮ 'ਚ ਇੰਨੀ ਤਾਕਤ ਹੈ। ਸਾਰਾ ਅੰਦਰ ਜਿੰਨਾ ਵੀ ਕੂੜ ਕਵਾੜ ਸਾਡੇ ਅੰਦਰ ਬੁਰਾਈਆਂ ਦੇ ਸਭ ਕੱਢ ਦੇਣਾ। ਇਹ ਤੀਲਿਆਂ ਬਣ ਕੇ, ਤੀਲਿਆਂ ਰਲ ਕੇ ਬੌਕਰ ਬਣਨਾ। ਪਾਕਿਸਤਾਨ ਝਾੜੂ ਨੂੰ ਕੀ ਕਹਿੰਦੇ? ਬੌਕਰ। ਤੀਲਿਆਂ ਰਲ ਕੇ ਬੌਕਰ ਬਣਨਾ, ਹੂੰਜ ਦੇਣਾ ਕੱਖ ਘੜੜਾ ਵੇਹੋ। ਇਹ ਰਾਮ 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 ਕਰਦੇ 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 ਬੰਦਾ ਰਾਮ ਵਰਗਾ ਹੋ ਜਾਂਦਾ ਅਤੇ ਰਾਮ ਦੀ ਪ੍ਰਾਪਤੀ ਹੋ ਜਾਂਦੀ। ਇੱਕ ਵਾਰੀ ਅਕਬਰ ਦਾ ਦਰਬਾਰ ਲੱਭਾ। ਅਕਬਰ ਬੀਰਬਲ ਹਿੰਦੂ ਸੀ। ਅਕਬਰ ਬੀਰਬਲ ਨੂੰ ਕਹਿੰਦਾ ਵੀ ਤੁਸੀਂ ਲੋਕ ਰਾਮ ਰਾਮ ਕਿਉਂ ਕਰਦੇ ਹੋ? ਉਹ ਕਹੇ ਜੀ ਰਾਮ ਰਾਮ ਕਰਨ ਨਾਲ ਰਾਮ ਪ੍ਰਾਪਤ ਹੁੰਦਾ। ਕਹਿੰਦਾ ਮੈਂ ਨਹੀਂ ਮੰਨਦਾ। ਕਹਿੰਦੇ ਮੈਨੂੰ 3 ਮਹੀਨੇ ਦੇ ਦਿਓ, ਮੈਂ ਸਿੱਧ ਕਰ ਦਾਂਗਾ। ਕਹਿ ਚੁੱਕਾ ਦਿੱਤੇ। ਜਦੋਂ ਬੀਰਬਲ ਨੇ 2-2.5 ਮਹੀਨਿਆਂ ਬਾਅਦ ਦੇਖਿਆ ਵੀ ਅਕਬਰ ਨੇ ਮੁੜ ਕੇ ਕਦੇ ਕੋਈ ਗੱਲ ਨਹੀਂ ਕੀਤੀ, ਭੁੱਲ ਭੁਲਾ ਗਿਆ। ਇਹ ਰਾਜੇ ਦੇ ਹੋਰ ਬੜੇ ਕੰਮ ਹੁੰਦੇ ਨੇ। ਬੀਰਬਲ ਨੇ ਕੀ ਕੀਤਾ, ਇੱਕ ਬੀਬੀ ਤਿਆਰ ਕੀਤੀ। ਉਹਨੂੰ ਕਹਿੰਦਾ ਜਿੰਨੇ ਪੈਸੇ ਮੰਗੇਗੀ ਤੈਨੂੰ ਮਿਲਣਗੇ। ਤੂੰ ਸਵੇਰੇ ਕੱਪੜਾ ਲਿਆਇਆ ਕਰੀ, ਆਹ ਦਰਖਤ ਹੈ, ਇਹਦੇ ਹੇਠਾਂ ਵਿਛਾ ਕੇ ਬਹਿ ਜਾਣਾ। ਉਹ ਸੜਕ ਦੇ ਨਾਲ ਨਾਲ ਦਰਖਤ ਸੀ ਅਤੇ ਬਸ ਅਕਬਰ 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 ਕਰਦੇ ਰਹਿਣਾ ਦਿਨ ਛਿਪੇ ਤੱਕ। ਜਿੰਨੇ ਪੈਸੇ ਉਹਨੇ ਤੈਨੂੰ ਮਿਲ ਜਾ ਕਰਨਗੇ। ਪੈਸੇ ਦੀ ਖਾਤਰ ਜੋ ਮਰਜ਼ੀ ਕਰਾ ਲਓ ਬੰਦੇ ਤੋਂ। ਚਲੋ ਜੀ,
ਉਹ ਅਕਬਰ ਅਕਬਰ ਕਹਿੰਦਾ ਜੇ ਤੈਨੂੰ ਕੋਈ ਪੁੱਛੇ ਨਾ ਤੂੰ ਅਕਬਰ ਅਕਬਰ ਕਿਉਂ ਕਰਦੀ, ਕਹਿੰਦੇ ਮੇਰੀ ਮਰਜ਼ੀ। ਅਕਬਰ ਵੀ ਜੇ ਆ ਕੇ ਤੈਨੂੰ ਪੁੱਛੇ ਤੂੰ ਅਕਬਰ ਅਕਬਰ ਕਿਉਂ ਕਰਦੀ, ਕਹਿੰਦੇ ਮੇਰੀ ਮਰਜ਼ੀ। ਜੋ 10 ਕੁ ਦਿਨ ਹੋ ਗਏ ਸ਼ਹਿਰ 'ਚ ਰੌਲਾ ਪੈ ਗਿਆ ਵੀ ਇੱਕ ਬੀਬੀ ਹਰ ਵਕਤ ਅਕਬਰ ਅਕਬਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਦੀ ਰਹਿੰਦੀ ਹੈ। ਜੇ ਉਹਨੂੰ ਕੋਈ ਪੁੱਛਦਾ ਬੀਬੀ ਤੂੰ ਅਕਬਰ ਅਕਬਰ ਕਿਉਂ ਕਰਦੀ, ਕਹਿੰਦੇ ਮੇਰੀ ਮਰਜ਼ੀ। ਮੰਤਰੀ ਕਹਿੰਦੇ ਚਲੋ ਯਾਰ ਪਤਾ ਤਾਂ ਕਰੀਏ, ਕਈ ਵਾਰੀ ਲੋੜ ਹੁੰਦੀ ਅਗਲੇ ਨੂੰ ਹੈ। ਮੰਤਰੀ ਚਲੇ ਗਏ, ਬੀਬੀ ਤੂੰ ਅਕਬਰ ਅਕਬਰ ਕਿਉਂ ਕਰਦੀ ਹੈ, ਕਿ ਮੇਰੀ ਮਰਜ਼ੀ। ਨਹੀਂ ਕੋਈ ਚੀਜ਼ ਚਾਹੀਦੀ ਤੈਨੂੰ, ਅਕਬਰ ਤੱਕ ਤੈਨੂੰ ਕੋਈ ਕੰਮ ਹੈ, ਅਸੀਂ ਮਿਲਾ ਦੇਣਾ ਤੈਨੂੰ, ਕਿ ਨਾ ਫਿਰ ਤੂੰ ਅਕਬਰ ਅਕਬਰ ਕਿਉਂ, ਕਹਿੰਦੇ ਮੇਰੀ ਮਰਜ਼ੀ। ਵਜ਼ੀਰਾਂ ਨੇ ਜਾ ਕੇ ਰਾਜੇ ਨੂੰ ਦੱਸਿਆ ਅਕਬਰ ਨੂੰ ਕਿ ਇੱਕ ਬੀਬੀ ਕੋਈ ਦਿਨਾਂ ਤੋਂ ਤੁਹਾਡਾ ਨਾਮ ਜਪਦੀ ਰਹਿੰਦੀ ਹੈ, ਅਕਬਰ ਅਕਬਰ ਸਾਰਾ ਦਿਨ ਕਰਦੀ ਰਹਿੰਦੀ, ਰਾਤ ਨੂੰ ਉੱਠ ਕੇ ਤੁਰ ਜਾਂਦੀ ਹੈ। ਜੇ ਅਸੀਂ ਉਹਨੂੰ ਪੁੱਛਦੇ ਹੋਏ ਬੀਬੀ ਤੂੰ ਅਕਬਰ ਅਕਬਰ ਕਿਉਂ ਕਰਦੀ ਹੈ, ਕਹਿੰਦੇ ਮੇਰੀ ਮਰਜ਼ੀ। ਅਸੀਂ ਕਹਿੰਦੇ ਕਿ ਤੈਨੂੰ ਅਕਬਰ ਨਾਲ ਕੰਮ ਹੈ, ਕਹਿੰਦੇ ਨਾ। ਅਕਬਰ ਕਹਿੰਦਾ ਚਲ ਦੇਖ ਕੇ ਤਾਂ ਆਈਏ। ਅਕਬਰ ਵੀ ਵਜ਼ੀਰਾਂ ਨੇ ਉੱਠ ਕੇ ਆ ਗਿਆ, ਬੀਰਬਲ ਵੀ ਆ ਗਿਆ। ਉਹ ਬੀਬੀ ਕਰੀ ਅਕਬਰ ਅਕਬਰ ਅਕਬਰ। ਮਹਾਰਾਜਾ ਅਕਬਰ ਕਹਿੰਦਾ ਬੀਬੀ ਮੈਂ ਹੀ ਅਕਬਰ ਹਾਂ, ਤੂੰ ਕਿਉਂ ਮੇਰਾ ਨਾਮ ਲੈਣ ਨਹੀਂ, ਕਹੇ ਜੀ ਮੇਰੀ ਮਰਜ਼ੀ। ਨਹੀਂ ਕਹੇ ਤੈਨੂੰ ਕੋਈ ਕੰਮ ਹੈ, ਕੋਈ ਦੁੱਖ ਤਕਲੀਫ ਮੈਨੂੰ ਦੱਸ, ਮੈਂ ਆਇਆ। ਕਹੇ ਨਾ ਜੀ ਕੋਈ ਨਹੀਂ। ਫਿਰ ਤੂੰ ਅਕਬਰ ਅਕਬਰ ਕਿਉਂ ਕਹੇ ਮੇਰੀ ਮਰਜ਼ੀ। ਬੀਰਬਲ ਨੂੰ ਇਸ਼ਾਰਾ ਕੀਤਾ ਵੀ ਤੂੰ ਉੱਠ ਕੇ ਤੁਰ ਜਾ। ਉਹ ਚੱਕੀ ਚਲੀ ਗਈ। ਬੀਰਬਲ ਕਹਿੰਦਾ ਗੱਲ ਸਮਝ ਆ ਗਈ ਮੇਰੀ। ਇਸ ਬੀਬੀ ਨੇ 15 ਦਿਨ ਅਕਬਰ ਅਕਬਰ ਕੀਤਾ, ਤੁਸੀਂ ਆ ਗਏ ਨਾ ਮਿਲਣ। ਇਸ ਤਰ੍ਹਾਂ ਜਿਹੜਾ ਰਾਮ 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 ਕਰਦਾ ਰਾਮ ਵੀ ਮਿਲਣ ਆ ਜਾਂਦਾ ਹੈ। ਵਾਹਿਗੁਰੂ 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 ਕਰੀ ਜੋ, ਵਾਹਿਗੁਰੂ ਮਿਲਣ ਆ ਜਾਏ। ਹੋਰ ਤੇ ਕੀ। ਫਿਰ ਅਕਬਰ ਕਹਿੰਦਾ ਵੀ ਹਾਂ ਠੀਕ ਹੈ, ਇਹ ਰਾਮ ਰਾਮ ਕਰਦੇ ਨੇ। ਸੋ ਵਾਹਿਗੁਰੂ ਦੇਖੋ ਪਰਮਾਤਮਾ ਨੇ ਕਿਤੋਂ ਤਾਂ ਆਉਣਾ ਨਹੀਂ, ਉਹ ਤਾਂ ਸਭ ਥਾਂ 'ਤੇ ਹਾਜ਼ਰ ਹੈ, ਸਿਰ ਉਹਨੇ ਪ੍ਰਗਟ ਹੋਣਾ, ਉਹਨੇ ਪ੍ਰਗਟ ਹੋਣਾ। ਜੋ ਅਸੀਂ ਵਾਹਿਗੁਰੂ 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 ਕਰਦੇ ਰਹਿੰਦੇ ਹਾਂ ਤਾਂ ਇੱਕ ਦਿਨ ਪਰਮਾਤਮਾ ਪ੍ਰਗਟ ਹੋ ਜਾਂਦਾ, ਦਰਸ਼ਨ ਦੀਦਾਰੇ ਦਿੰਦਾ, ਜੰਮਣ ਮਰਨ ਦੇ ਰੋਗ ਖਤਮ ਹੋ ਗਏ। ਇਸ ਲਈ ਕਹਿੰਦੇ ਖਿਨ ਮੈਂ ਰਾਮ ਨਾਮ ਕਿਲ ਵਿਖ ਕਾਟੇ ਭਏ ਪਵਿੱਤ ਸਰੀਰ। ਇੱਕ ਸੈਕਿੰਡ ਵਿੱਚ ਪਰਮਾਤਮਾ ਦਾ ਨਾਮ ਹੈ, ਵੱਡੇ ਵੱਡੇ ਪਾਪਾਂ ਨੂੰ ਕੱਟ ਦਿੰਦਾ ਹੈ ਅਤੇ ਮਨ ਪਵਿੱਤਰ ਹੋ ਜਾਂਦਾ ਹੈ। ਪਰਮਾਤਮਾ ਦੇ ਨਾਮ ਰਾਹੀਂ ਇਸ ਜੀਵ ਦਾ ਪਾਰ ਉਤਾਰਾ ਹੁੰਦਾ ਹੈ। ਪਰਮਾਤਮਾ ਦੇ ਨਾਮ ਰਾਹੀਂ ਜੰਗਾਲਿਆ ਹੋਇਆ ਲੋਹਾ ਵੀ ਸੋਨਾ ਹੋ ਜਾਂਦਾ ਹੈ, ਭਾਵ ਇੱਕ ਘਟੀਆ ਇਨਸਾਨ ਵੀ ਵਧੀਆ ਇਨਸਾਨ ਬਣ ਜਾਂਦਾ ਹੈ। ਹੁਣ ਆਪਾਂ ਗਾਵਾਂਗੇ ਖਿਨ ਮੈਂ ਰਾਮ ਨਾਮ ਕਿਲ ਵਿਕ ਕਾਟੇ, ਖਿਨ ਮੈਂ ਰਾਮ ਨਾਮ ਕਿਲ ਵਿਕ ਕਾਟੇ। ਭਏ ਪਵਿੱਤ ਸਰੀਰਾ, ਭਏ ਪਵਿੱਤ ਸਰੀਰਾ। ਨਾਨਕ ਰਾਮ ਨਾਮ ਨਿਸਤਾਰਾ, ਨਾਨਕ ਰਾਮ ਨਾਮ ਨਿਸਤਾਰਾ। ਕੰਚਨ ਭੈ ਮਨੂਰਾ, ਕੰਚਨ ਭੈ ਮਨੂਰਾ। ਇਸ ਲਈ ਪਰਮਾਤਮਾ ਦਾ ਨਾਮ ਕਿੰਨਾ ਹੀ ਘਟੀਆ ਆਦਮੀ ਕਿਉਂ ਨਾ ਹੋਵੇ, ਉਹਨੂੰ ਵੀ ਏ ਕਲਾਸ ਇਨਸਾਨ ਬਣਾਉਂਦਾ ਹੈ। ਪਰਮਾਤਮਾ ਨਾਮ 'ਚ ਸ਼ਕਤੀ ਇੰਨੀ ਹੈ। ਇਸ ਲਈ ਜਿੰਨਾ ਵੀ ਸਮਾਂ ਮਿਲੇ ਬਾਣੀ ਪੜ੍ਹੋ, ਨਾਮ ਜਪੋ। ਅੱਗੇ ਕਹਿੰਦੇ ਇਸਤਰੀ ਪੁਰਖ ਕਾਮ ਵਿਆਪੇ। ਉਹ ਕਾਕੇ ਇਸਤਰੀ ਪੁਰਖ ਕਾਮ ਵਿਆਪੇ ਜੀਓ, ਰਾਮ ਨਾਮ ਕੀ ਬਿਧ ਨਹੀਂ ਜਾਣੀ।
ਇਸਤਰੀ ਪੁਰਖ ਜਿਹੜੇ ਕਾਮ 'ਚ ਫਸੇ ਹੋਏ ਹਨ, ਇਹਨੂੰ ਰਾਮ ਦੇ ਨਾਮ ਦੀ ਮਹਾਨਤਾ ਦਾ ਹੀ ਨਹੀਂ ਪਤਾ ਵੀ ਪਰਮਾਤਮਾ ਦੇ ਨਾਮ ਦੀ ਮਹਾਨਤਾ ਕੀ ਹੈ। ਇਹ ਤਾਂ ਕਾਮ ਦੇ ਵਿੱਚ ਹੀ ਲੱਗੇ ਹੋਏ ਹਨ। ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਓ, ਡੂਬ ਮੂਏ ਬਿਨ ਪਾਣੀ। ਇਹ ਮਾਤਾ, ਇਹ ਪਿਤਾ, ਸੁਤ ਦਾ ਪੁੱਤਰ, ਭਾਈ ਖਰੇ ਪਿਆਰੇ ਜਿਹੜੇ ਬਹੁਤ ਪਿਆਰੇ ਲੱਗਦੇ ਹਨ। ਡੂਬ ਮੂਏ ਬਿਨ ਪਾਣੀ, ਇਹ ਤਾਂ ਐ ਸਮਝੋ ਪਾਣੀ ਤੋਂ ਬਿਨੇ ਡੁੱਬ ਕੇ ਮਰ ਗਏ। ਕਿਉਂ? ਨਾਮ ਜਪਦੇ ਹੀ ਨਹੀਂ ਹੈਗੇ। ਇਹ ਨਾਮ ਨਹੀਂ ਜਪਦੇ, ਇਹਨਾਂ ਵਿੱਚ ਹੀ ਲੱਗੇ ਰਹਿੰਦੇ ਹਨ। ਇਸ ਲਈ ਐ ਸਮਝੋ ਇਹ ਬਿਨਾਂ ਪਾਣੀ ਤੋਂ ਡੁੱਬ ਕੇ ਮਰ ਗਏ। ਡੂਬ ਮੂਏ ਬਿਨ ਪਾਣੀ, ਗਤ ਨਹੀਂ ਜਾਣੀ, ਹਉਮੈ ਧਾਤ ਸੰਸਾਰੇ। ਇਹ ਨਾਸਤਕ ਲੋਕ, ਇਹ ਕਾਮੀ ਲੋਕ, ਇਹ ਤਾਂ ਐਂ ਸਮਝੋ ਪਾਣੀ ਤੋਂ ਬਿਨੇ ਡੁੱਬ ਕੇ ਮਰ ਗਏ। ਗਤ ਨਹੀਂ ਜਾਣੀ, ਇਹ ਪਰਮਾਤਮਾ ਨੂੰ ਜਾਣਦੇ ਹੀ ਨਹੀਂ ਹੈਗੇ। ਹਉਮੈ ਧਾਤ ਸੰਸਾਰੇ, ਸਾਰਾ ਸੰਸਾਰ ਹਉਮੈ ਕਾਰਨ ਦੁਖੀ ਹੋ ਰਿਹਾ, ਭੱਜ ਨੱਠ ਕਰ ਰਿਹਾ। ਧਾਤ ਹੁੰਦਾ ਭੱਜ ਨੱਠ ਕਰਨਾ। ਹਉਮੈ 'ਚ ਨੇ, ਭੱਜ ਨੱਠ ਕਰਦੇ ਰਹਿੰਦੇ ਨੇ, ਭੱਜੇ ਫਿਰਦੇ, ਕੋਈ ਕਿਸੇ ਪਾਸੇ ਨੂੰ, ਕੋਈ ਕਿਸੇ ਪਾਸੇ ਨੂੰ। ਜੋ ਆਇਆ ਸੋ ਸਭ ਕੋ ਜਸੀ, ਉਭਰੇ ਗੁਰ ਵਿਚਾਰ। ਜਿਹੜਾ ਵੀ ਆਇਆ ਹੈ ਉਹੀ ਇਸ ਮਾਇਆ 'ਚ ਆ ਕੇ ਫਸ ਜਾਂਦਾ ਹੈ, ਉਹੀ ਮਾਇਆ 'ਚ ਆ ਕੇ ਫਸ ਜਾਂਦਾ। ਉਭਰੇ ਗੁਰ ਵਿਚਾਰੇ, ਜਿਹੜੇ ਗੁਰੂ ਦੇ ਵਿਚਾਰ ਅਨੁਸਾਰ ਜੀਵਨ ਜਿਉਂਦੇ ਹਨ, ਉਹ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦੇ ਹਨ, ਉਹ ਇਸ ਕਾਮ ਦੇ ਪ੍ਰਭਾਵ ਤੋਂ ਬਚ ਜਾਂਦੇ ਹਨ। ਕਿਉਂਕਿ ਗੁਰੂ ਦੀ ਵਿਚਾਰ ਸਾਨੂੰ ਜੀਵਨ ਜਿਉਣ ਦੀ ਜਾਚ ਦੱਸਦੀ ਹੈ। ਗੁਰੂ ਦੀ ਵਿਚਾਰ ਕੀ ਹੈ? ਸਾਰੀ ਬਾਣੀ, ਸਾਰੀ ਬਾਣੀ ਗੁਰੂ ਦੀ ਵਿਚਾਰ ਹੈ। ਗੁਰੂ ਦੀ ਵਿਚਾਰ ਜਿਹੜੀ ਹੈ, ਕਿਉਂਕਿ ਗੁਰੂ ਸ਼ਕਤੀਸ਼ਾਲੀ ਹੋਣ ਕਾਰਨ ਗੁਰੂ ਦੇ ਜਿਹੜੇ ਬੋਲ ਨੇ ਉਹ ਵੀ ਸ਼ਕਤੀਸ਼ਾਲੀ ਹੁੰਦੇ ਹਨ। ਜਿੰਨੀ ਕਿਸੇ ਇਨਸਾਨ ਦੀ ਜ਼ਿਆਦਾ ਕਮਾਈ ਹੁੰਦੀ ਹੈ ਭਜਨ ਬੰਦਗੀ ਦੀ, ਓਨੀ ਹੀ ਉਹਦੇ ਬੋਲਾਂ 'ਚ ਸ਼ਕਤੀ ਹੁੰਦੀ ਹੈ। ਉਹ ਜੋ ਬੋਲ ਦਿੰਦਾ ਸੱਚ ਹੋ ਜਾਂਦਾ ਹੈ, ਕਿਉਂਕਿ ਉਹਦੇ ਬੋਲਾਂ ਮਗਰ ਪਰਮਾਤਮਾ ਦਾ ਨਾਮ ਹੁੰਦਾ ਹੈ। ਉਹਦੇ ਬੋਲ ਸ਼ਕਤੀਸ਼ਾਲੀ ਹੋ ਜਾਂਦੇ ਹਨ। ਫਿਰ ਗੁਰੂ ਦੀ ਵਿਚਾਰ 'ਤੇ ਚੱਲਣ ਵਾਲਾ ਬੰਦਾ ਉਭਰੇ, ਇਸ ਕਾਮ ਤੋਂ, ਮਾਇਆ ਤੋਂ ਬਚ ਜਾਂਦਾ ਹੈ। ਗੁਰਮੁਖ ਹੋਵੇ ਰਾਮ ਨਾਮ ਵਖਾਣੇ, ਆਪ ਧਰੈ ਕੁਲ ਤਾਰੇ। ਜਿਹੜਾ ਗੁਰਮੁਖ ਹੁੰਦਾ ਹੈ, ਭਾਵ ਗੁਰੂ ਦੇ ਆਖੇ ਲੱਗਣ ਵਾਲਾ ਹੁੰਦਾ ਹੈ, ਰਾਮ ਨਾਮ ਵਖਾਣੇ, ਉਹ ਪਰਮਾਤਮਾ ਦਾ ਨਾਮ ਜਪਦਾ ਹੈ। ਜਿਹੜਾ ਗੁਰਮੁਖ ਹੁੰਦਾ ਹੈ ਉਹ ਪਰਮਾਤਮਾ ਦਾ ਨਾਮ ਜਪਦਾ ਹੈ। ਆਪ ਧਰੈ, ਆਪ ਵੀ ਤਰਦਾ, ਕੁਲ ਤਾਰੇ, ਆਪਣੇ ਕੁਲ ਨੂੰ ਵੀ ਤਾਰ ਲੈਂਦਾ, ਆਪ ਵੀ ਤਰਦਾ। ਜਿਹੜੇ ਦੀ ਸੰਗਤ ਕਰਦੇ ਨੇ ਉਹ ਵੀ ਤਰ ਜਾਂਦੇ, ਕਿਉਂਕਿ ਮਨਮੁਖ ਤਾਂ ਨਾਮ ਜਪਦੇ ਹੀ ਨਹੀਂ। ਮਨਮੁਖ ਤਾਂ ਕਹਿੰਦੇ ਰੱਬ ਹੈ ਹੀ ਨਹੀਂ ਹੈ। ਇਹ ਤਾਂ ਐਵੇਂ ਕਹਿੰਦੇ ਕੋਈ ਧਰਮਰਾਜ ਨਹੀਂ ਹੁੰਦਾ, ਤਾਂ ਡਰਾਵੇ ਦਿੰਦੇ। ਕਹਿੰਦੇ ਤਾਂ ਡਰਾਵੇ ਦਿੰਦੇ, ਕੋਈ ਧਰਮਰਾਜ ਨਹੀਂ ਹੁੰਦਾ, ਕੋਈ ਯਮਰਾਜ ਨਹੀਂ ਹੁੰਦਾ, ਕੋਈ ਰੱਬ ਨਹੀਂ ਹੁੰਦਾ। ਮੈਂ ਕੋਈ ਨਹੀਂ, ਮਰਨ ਤੋਂ ਬਾਅਦ ਜਾਓਗੇ ਨਾ, ਜਦੋਂ ਉੱਥੇ ਡੰਡੇ ਪੈਣ ਫਿਰ ਪਤਾ ਲੱਗੂ ਇਹ ਸਭ ਕੁਛ ਹੀ ਹੈਗਾ। ਮੇਰੀ ਕਈ ਵਾਰੀ ਮਨ ਨੂੰ ਹੁੰਦਾ ਵੀ ਹਰ ਇੱਕ ਬੰਦਾ ਮਰਨ ਤੋਂ ਬਾਅਦ ਇੱਕ ਵਾਰੀ ਫਿਰ ਜਿਉਂਦਾ ਹੋਣਾ ਚਾਹੀਦਾ ਕੁਝ ਸਮੇਂ ਲਈ। ਵੀ ਲੈ ਵੀ ਸੱਜਣ, ਬਸ ਹੌਲੀ ਸਾਰੇ ਸੰਤ ਹੋ ਜਾਣਗੇ, ਉੱਥੇ ਅਗਲਾ ਦ੍ਰਿਸ਼ ਵੇਖ ਆਉਣਗੇ ਨਾ। ਉਹ ਬੰਦਾ ਮਰ ਕੇ ਕਈ ਵਾਰੀ ਵਾਪਸ ਨਹੀਂ ਆਉਂਦਾ, ਇਸ ਲਈ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ ਉੱਥੇ ਕੀ ਹੁੰਦਾ। ਗੁਰੂ ਦੀ ਗੱਲ 'ਤੇ ਵਿਸ਼ਵਾਸ ਬਹੁਤ ਘੱਟ ਲੋਕ ਕਰਦੇ ਨੇ। ਹਾਲਾਂਕਿ ਜੋ ਮੈਂ ਕਹਿ ਰਿਹਾ ਗੁਰੂ ਮਹਾਰਾਜ ਨੇ ਬਾਣੀ 'ਚ ਕਿਹਾ ਹੋਇਆ ਉਹੀ ਕਹਿਣਾ, ਪਰ ਇਸ ਗੱਲ ਨੂੰ ਘੱਟ ਮੰਨਦੇ ਨੇ ਲੋਕ। ਜਿਹੜੇ ਅੱਖਾਂ ਨਾਲ ਵੇਖ ਆਉਂਦੇ ਨੇ ਫਿਰ ਹਾਂ, ਉਹ ਫਿਰ ਮੰਨਦੇ ਨੇ। ਹਾਂ, ਆਪਣੇ 226 ਨੰਬਰ ਵਾਲੀ ਬੀਬੀ ਵੀਰ ਕੌਰ ਅੱਜ ਕੱਲ੍ਹ ਅਮਰੀਕਾ ਗਈ ਹੋਈ ਹੈ। ਉਹ ਕਹਿੰਦੀ ਮੈਂ 9ਵੀਂ 'ਚ ਪੜ੍ਹਦੀ ਸੀ, ਮੇਰੀ ਡੈਥ ਹੋ ਗਈ।
ਜਾਂ ਮੈਨੂੰ ਲੈ ਗਏ। ਕਹਦੇ ਬਾਬਾ ਜੀ ਇੰਨਾ ਮੇਰਾ ਬੁਰਾ ਹਾਲ ਉਹਨਾਂ ਰਾਜ ਕੀਤਾ ਨਾ, ਕਦੇ ਮੈਨੂੰ ਲੱਤਾਂ ਤੋਂ ਫੜ ਕੇ ਘਸੀੜਦੇ ਸੀ, ਕਦੇ ਗੁੱਤ ਤੋਂ ਫੜ ਕੇ ਘਸੀੜਦੇ ਸੀ, ਕਦੇ ਪੱਥਰਾਂ ਤੋਂ ਘਸੀੜਦੇ ਸੀ, ਕਦੇ ਕੰਡਿਆਂ 'ਚੋਂ ਘਸੀੜਦੇ ਸੀ। ਨਾ ਕੋਈ ਪੀਣ ਨੂੰ ਪਾਣੀ ਦਿੰਦੇ ਸਨ, ਨਾ ਕੋਈ ਖਾਣ ਨੂੰ ਕੁਝ ਦਿੰਦੇ ਸੀ। ਕਹਿੰਦੇ ਕਰਦਿਆਂ ਧਰਮਰਾਜ ਕੋਲ ਲੈ ਕੇ ਮੈਨੂੰ, ਜਦੋਂ ਉਹਨੇ ਰਜਿਸਟਰ ਵੇਖਿਆ, ਕਹਿੰਦੇ ਓਏ ਇਹ ਨਹੀਂ ਸੀ ਲਿਆਉਣੀ, ਨਾਲ ਦੇ ਪਿੰਡ ਦੀ ਲਿਆਉਣੀ ਸੀ, ਇਹਦੀ ਤਾਂ 50-60 ਸਾਲ ਉਮਰ ਰਹਿੰਦੀ ਹੈ, ਜਾਂ ਉਹਨੂੰ ਛੱਡ ਕੇ ਉਹ ਕਿਤੇ ਫੂਕ ਨਾ ਦੇਣ। ਕਦੋਂ ਮੈਨੂੰ ਵਾਪਸ ਛੱਡ ਗਏ। ਜਦੋਂ ਮੈਨੂੰ ਸੁਰਤ ਆਈ, ਸਾਡਾ ਸਾਰਾ ਵਿਹੜਾ ਅਫਸੋਸ ਕਰਨ ਨਾਲ ਭਰਿਆ ਹੋਇਆ। ਮੈਂ ਉਹਨਾਂ ਵੱਲ ਨਹੀਂ ਵੇਖਿਆ, ਕਹਿੰਦੇ ਮੈਂ ਆਪਣੇ ਸਰੀਰ ਵੱਲ ਵੇਖਣ ਲੱਗ ਵੀ ਕਿੱਥੋਂ ਕਿੱਥੋਂ ਲਹੂ ਵਗਦਾ ਹੈ। ਪਰ ਉਹ ਸਰੀਰ ਤਾਂ ਹੋਰ ਸੀ ਨਾ ਜਿਹੜਾ ਲੈ ਕੇ, ਤਾਂ ਸੂਖਸ਼ਮ ਸਰੀਰ ਸੀ, ਬਾਹਰਲਾ ਸਰੀਰ ਤਾਂ ਇੱਥੇ ਹੀ ਪਿਆ ਸੀ। ਬਸ ਫਿਰ ਸਾਡੀ ਪਾਠੀ ਹੋ ਗਈ, ਅਖੰਡ ਪਾਠ ਦੇ ਰੌਲਾ ਲਾਉਂਦੇ ਸੀ, ਐ ਤੁਹਾਨੂੰ ਸੇਵਾ ਕਰਦੇ ਸੀ। ਦੇਖ ਹੈ ਨਾ ਉਧਰਲਾ ਪਾਸਾ। ਮਨਮੁਖ ਵੀ ਗੁਰਮੁਖ ਕਦੋਂ ਬਣਦਾ, ਜਦੋਂ ਮਨਮੁਖ ਵਾਲਾ ਦੁਖੀ ਪਾਸਾ ਵੇਖ ਲੈਂਦਾ ਉਹ, ਫਿਰ ਉਹ ਇਸ ਪਾਸੇ ਨੂੰ ਮੁੜਦਾ ਹੈ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਗੁਰਮੁਖ ਹੋਵੇ ਰਾਮ ਨਾਮ ਵਖਾਣੈ, ਆਪ ਤਰੈ ਕੁਲ ਤਾਰੇ। ਜਿਹੜਾ ਗੁਰਮੁਖ ਹੁੰਦਾ ਹੈ, ਪਰਮਾਤਮਾ ਦਾ ਨਾਮ ਜਪਦਾ ਹੈ, ਆਪ ਤਰਦਾ, ਆਪਣੇ ਪਰਿਵਾਰ ਨੂੰ ਤਾਰ ਲੈਂਦਾ ਹੈ। ਗੁਰਮੁਖ ਹੋਵੇ ਰਾਮ ਨਾਮ ਵਖਾਣੈ, ਗੁਰਮੁਖ ਹੋਵੇ ਰਾਮ ਨਾਮ ਵਖਾਣੈ, ਗੁਰਮੁਖ ਹੋਵੇ ਰਾਮ ਨਾਮ ਆਪ ਤਰੈ ਕੁਲ ਤਾਰੇ, ਆਪ ਤਰੈ ਕੁਲ ਤਾਰੇ, ਆਪ ਤਰੈ ਕੁਲ ਤਾਰੇ, ਆਪ ਤਰੈ ਕੁਲ ਤਾਰੇ। ਇੱਕ ਹੁੰਦਾ ਕੁੱਲ, ਕੱਕੇ ਨੂੰ ਕਰੂ ਤੇ ਅਧਿਕ ਲੱਲਾ ਕੁੱਲ ਹੁੰਦਾ ਟੋਟਲ। ਇੱਕ ਹੁੰਦਾ ਕੁਲ, ਲੱਲੇ ਦੇ ਪੈਰ 'ਚ ਬਿੰਦੇ, ਕੁਲ ਖਾਨਦਾਨ ਨੂੰ ਕਹਿੰਦੇ ਨੇ ਕੁਲ। ਨਾਨਕ ਨਾਮ ਵਸੈ ਘਟ ਅੰਤਰ, ਗੁਰਮਤਿ ਮਿਲੇ ਪਿਆਰੇ। ਗੁਰੂ ਦੀ ਮੱਤ 'ਤੇ ਚੱਲ ਕੇ ਜਦੋਂ ਪਰਮਾਤਮਾ ਦਾ ਨਾਮ ਇਸ ਸਰੀਰ ਵਿੱਚ ਵਸ ਜਾਂਦਾ, ਘਟ ਸਰੀਰ ਨੂੰ ਕਹਿੰਦੇ, ਜਦੋਂ ਪਰਮਾਤਮਾ ਦਾ ਨਾਮ ਇਸ ਮਨ 'ਚ ਵਸ ਜਾਂਦਾ ਨਾ, ਮਿਲੇ ਪਿਆਰੇ, ਉਹ ਪਿਆਰੇ ਪਰਮਾਤਮਾ ਨੂੰ ਮਿਲ ਪੈਂਦਾ ਹੈ। ਚੱਲੇ ਗੁਰੂ ਦੀ ਮੱਤ 'ਤੇ, ਮਨ ਮੱਤ ਛੱਡਣੀ, ਗੁਰੂ ਦੀ ਮੱਤ ਗ੍ਰਹਿਣ ਕਰਨੀ। ਫਿਰ ਬੰਦਾ ਨਾਮ ਜਪਦਾ, ਨਾਮ ਜਪਦੇ ਜਪਦੇ ਨਾਮ ਹਿਰਦੇ 'ਚ ਵਸ ਜਾਂਦਾ ਹੈ, ਫਿਰ ਪਿਆਰਾ ਪਰਮਾਤਮਾ ਮਿਲ ਪੈਂਦਾ ਹੈ। ਰਾਮ ਨਾਮ ਬਿਨ ਕੋ ਥਿਰ ਨਾਹੀਂ ਜੀਓ, ਬਾਜ਼ੀ ਹੈ ਸੰਸਾਰ। ਇਹ ਸੰਸਾਰ 'ਤੇ ਬਾਜ਼ੀ ਹੈ, ਆਏ ਗਏ, ਕੋਈ ਆਇਆ, ਕੋਈ ਸੰਸਾਰ ਤੋਂ ਜਾ ਰਿਹਾ ਹੈ। ਇਸ ਲਈ ਰਾਮ ਨਾਮ ਬਿਨ ਕੋ ਥਿਰ ਨਾਹੀਂ, ਰਾਮ ਦੇ ਨਾਮ ਤੋਂ ਬਿਨਾਂ ਕੋਈ ਸਦਾ ਰਹਿਣ ਵਾਲਾ ਨਹੀਂ ਹੈ। ਨਹੀਂ ਤੇ ਸੰਸਾਰ ਆ ਰਿਹਾ ਜਾ ਰਿਹਾ, ਆ ਰਿਹਾ ਜਾ ਰਿਹਾ, ਇੱਕ ਬਾਜ਼ੀ ਦੀ ਤਰ੍ਹਾਂ ਹੈ। ਦ੍ਰਿੜ ਭਗਤ ਸੱਚੀ ਜੀਓ, ਰਾਮ ਨਾਮ ਵਪਾਰ। ਭਗਤੀ ਇੱਕ ਤੇ ਪਰਮਾਤਮਾ ਦੇ ਨਾਮ ਦਾ ਵਪਾਰ, ਇਹੀ ਸੱਚਾ, ਇਹੀ ਸਦਾ ਰਹਿਣ ਵਾਲਾ ਹੈ। ਕਹਿੰਦਾ ਪਰਮਾਤਮਾ ਦੀ ਭਗਤੀ ਨੂੰ ਦ੍ਰਿੜ ਕਰੋ ਅਤੇ ਰਾਮ ਦੇ ਨਾਮ ਦਾ ਵਪਾਰ ਕਰੋ। ਇੱਥੇ ਵਪਾਰ ਤੋਂ ਕੀ ਪਾਇਆ ਵੀ ਨਾਮ ਜਪੋ ਅਤੇ ਦੂਜਿਆਂ ਤੋਂ ਜਪਵਾਓ। ਰਾਮ ਨਾਮ ਵਪਾਰਾ ਅਗੰਮ ਅਪਾਰਾ, ਗੁਰਮਤਿ ਧਨ ਪਾਈਏ। ਅਗੰਮ ਅਪਾਰ, ਉਹ ਪਰਮਾਤਮਾ ਜੋ ਅਗੰਮ ਹੈ, ਅਪਹੁੰਚ ਹੈ, ਜੋ ਅਪਾਰਾ, ਜੋ ਬੇਅੰਤ ਹੈ, ਉਸ ਰਾਮ ਦਾ ਨਾਮ ਦਾ ਵਪਾਰ ਕਰੋ ਅਤੇ ਗੁਰੂ ਦੀ ਮੱਤ 'ਤੇ ਚੱਲੋ, ਧਨ ਪਾਈਏ, ਤੁਹਾਨੂੰ ਨਾਮ ਧਨ ਦੀ ਪ੍ਰਾਪਤੀ ਹੋਵੇਗੀ। ਫਿਰ ਨਾਮ ਧਨ ਦੀ ਪ੍ਰਾਪਤੀ ਹੋਏਗੀ। ਨਾਮ ਧਨ ਇੱਕ ਐਸੀ ਚੀਜ਼ ਹੈ ਜਿਹਦੇ ਕੋਲ ਨਾਮ ਧਨ ਹੈ, ਉਹਦੇ ਕੋਲ ਸੰਸਾਰਕ ਧਨ ਜ਼ਰੂਰ ਹੁੰਦਾ ਹੈ, ਪਰ ਜਿਹਦੇ ਕੋਲ ਸੰਸਾਰਕ ਧਨ ਹੈ ਉਹਦੇ ਕੋਲ ਨਾਮ ਧਨ ਨਹੀਂ ਹੁੰਦਾ।
ਇਸ ਲਈ ਫਿਰ ਕੀ ਇਕੱਠਾ ਕਰਨਾ ਚਾਹੀਦਾ? ਨਾਮ ਧਨ। ਜਿਉਂ-ਜਿਉਂ ਤੁਹਾਡੇ ਕੋਲ ਨਾਮ ਧਨ ਹੋਏਗਾ, ਸੰਸਾਰਕ ਧਨ ਤੇ ਆਪੇ ਹੀ ਆ ਜਾਏਗਾ। ਇਹ ਆਪੇ ਹੀ ਆ ਜਾਏਗਾ। ਤੁਸੀਂ ਕੋਈ ਕਿੱਥੋਂ ਆਏਗਾ ਜੀ? ਕੋਈ ਕਿੱਥੋਂ ਆਏਗਾ? ਸੰਤਾਂ ਮਹਾਤਮਾ ਕੋਲ ਕਿੱਥੋਂ ਆਉਂਦਾ? ਨਾਮ ਹੀ ਜਪਦੇ ਨੇ, ਨਾਮ ਜਪਾਉਂਦੇ ਨੇ। ਕੋਈ ਮਾਇਆ ਦੀ ਕਮੀ ਕਿਸੇ ਸਾਧ ਕੋਲ ਹੈ? ਕੋਈ ਵੀ ਨਹੀਂ। ਸਾਡਾ ਜਨਰੇਟਰ ਲੱਗਾ ਹੈ, 6 ਗਰਮੇ 6 ਮਹੀਨੇ 'ਚ 1.25 ਲੱਖ ਰੁਪਏ ਦਾ ਅਸੀਂ ਤੇਲ ਫੂਕਿਆ। ਇਨਕਮ ਟੈਕਸ ਵਾਲੇ ਚਿੱਠੀ ਆ ਗਈ ਵੀ ਤੁਸੀਂ ਕਿੰਨੀਆਂ ਗੱਡੀਆਂ ਰੱਖੀਆਂ, ਵੀ ਇੰਨਾ ਡੀਜ਼ਲ ਫੂਕਿਆ। ਅਸੀਂ ਕਿਹਾ ਅਸੀਂ ਕੋਈ ਗੱਡੀ ਨਹੀਂ ਰੱਖੀ। ਉਹਨੇ ਕਿਹਾ ਬਹੁਤ ਗੱਡੀਆਂ ਰੱਖੀਆਂ ਤਾਂ ਇੰਨਾ ਤੇਲ ਫੂਕਦਾ। ਅਸੀਂ ਕਿਹਾ ਅਸੀਂ ਕੋਈ ਗੱਡੀ ਨਹੀਂ ਰੱਖੀ ਹੈ, ਇਹ ਤਾਂ ਸਾਡਾ ਜਨਰੇਟਰ ਹੈ 125 ਕਿਲੋਵਾਟ ਦਾ, ਉਹ ਗਰਮੀ ਅਸੀਂ ਚਲਾਉਂਦੇ। ਕਹਿੰਦੇ ਅੱਛਾ। ਅਸੀਂ ਵੀ ਕਹੇ ਬਹੁਤ ਗੱਡੀਆਂ ਰੱਖੀਆਂ ਉਹਨੇ ਟਰਸਟ ਵਾਲਿਆਂ ਨੇ ਵੀ ਜਿਹੜਾ ਇੰਨਾ ਤੇਲ ਫੂਕਦੇ। ਸੋ ਇਸ ਲਈ ਭਾਈ ਗੁਰੂ ਮਹਾਰਾਜ ਕਹਿੰਦੇ ਰਾਮ ਤੇ ਨਾਮ ਦਾ ਵਪਾਰ ਕਰਨਾ ਹੈ, ਗੁਰੂ ਦੀ ਮੱਤ 'ਤੇ ਚੱਲ ਕੇ ਨਾਮ ਧਨ ਇਕੱਠਾ ਕਰਨਾ ਹੈ। ਸੇਵਾ ਸੁਰਤ ਭਗਤ ਇਹ ਸਾਚੀ, ਵਿੱਚੋਂ ਆਪ ਗਵਾਈਏ। ਜਦੋਂ ਮਨੁੱਖ ਸੁਰਤ ਧਿਆਨ ਨਾਲ, ਜਦੋਂ ਮਨੁੱਖ ਧਿਆਨ ਨਾਲ ਗੁਰੂ ਦੀ ਸੇਵਾ ਕਰਦਾ ਹੈ, ਪਰਮਾਤਮਾ ਦੀ ਭਗਤੀ ਕਰਦਾ ਹੈ, ਇਹਦੇ ਨਾਲ ਕੀ ਹੁੰਦਾ? ਅੰਦਰੋਂ ਹਉਮੈ ਖਤਮ ਹੋ ਜਾਏ। ਵਿੱਚੋਂ ਆਪ ਗਵਾਈਏ, ਆਪ ਦੇ ਹਉਮੈ, ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਕਿਉਂ ਖਤਮ ਹੁੰਦੀ ਹੈ? ਕਿਉਂਕਿ ਜਦੋਂ ਅਸੀਂ ਨਾਮ ਜਪਦੇ ਹਾਂ ਸਾਡੀ ਸੋਚ ਉੱਚੀ ਹੋ ਜਾਂਦੀ ਹੈ। ਹੁਣ ਤਾਂ ਸੋਚ ਨੀਵੀਂ ਹੈ। ਜਿੱਥੇ ਸੋਚ ਨੀਵੀਂ ਹੋਏਗੀ ਉੱਥੇ ਰਿਸ਼ਵਤਾਂ ਲਈਆਂ ਜਾਣਗੀਆਂ, ਠੱਗੀਆਂ ਕੀਤੀਆਂ ਜਾਣਗੀਆਂ, ਮਿਲਾਵਟਾਂ ਕੀਤੀਆਂ ਜਾਣਗੀਆਂ, ਧੋਖਾਧੜੀ ਕੀਤੇ ਜਾਏਗੇ, ਨਸ਼ਿਆਂ ਦਾ ਵਪਾਰ ਕੀਤਾ ਜਾਏਗਾ, ਬਲਾਤਕਾਰ ਕੀਤੇ ਜਾਣਗੇ। ਸਿਮਰਨ ਕਰ ਕਰਕੇ ਸੋਚ ਉੱਚੀ ਹੋ ਜਾਂਦੀ ਹੈ। ਉਹ ਬੰਦਾ ਇਹਨਾਂ ਗੱਲਾਂ ਤੋਂ ਉੱਪਰ ਉੱਠ ਜਾਂਦਾ ਹੈ। ਇਸ ਲਈ ਜਿਹੜਾ ਹੈ ਉਹਦੇ ਅੰਦਰ ਫਿਰ ਹੌਲੀ ਹੌਲੀ ਜੇ ਸੋਚ ਉੱਚੀ ਹੁੰਦੀ ਹੈ, ਉਹਨੂੰ ਗਿਆਨ ਹੋ ਜਾਂਦਾ ਕਿ ਮੇਰੇ ਕੋਲ ਜੋ ਕੁਝ ਵੀ ਹੈ ਇਹ ਤਾਂ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ। ਇਸ ਲਈ ਉਹ ਧੰਨਵਾਦ ਕਰਦਾ, ਕਿਉਂਕਿ ਜਿਹੜਾ ਜਿਸ ਦਾ ਦਿੱਤਾ ਖਾਵਨਾ ਤਿਸ ਕਹੀ ਹੈ ਸ਼ਾਬਾਸ਼। ਜਿਹਦਾ ਭਾਈ ਦਿੱਤਾ ਸੀ ਖਾ ਰਿਹਾ ਉਹਨੂੰ ਸ਼ਾਬਾਸ਼ ਇਹ ਕਹਿਣਾ ਚਾਹੀਦਾ ਹੈ। ਰੋਟੀ ਖਾਣ ਤੋਂ ਬਾਅਦ ਮਨ 'ਚ ਪਰਮਾਤਮਾ ਧੰਨਵਾਦ ਕਰਨਾ ਚਾਹੀਦਾ। ਸੱਚੇ ਪਾਤਸ਼ਾਹ ਤੇਰੀ ਕਿਰਪਾ ਹੈ, ਤੇਰੇ ਦਿੱਤੇ ਭੰਡਾਰੇ 'ਚ ਲੰਗਰ ਛਕਿਆ ਹੈ, ਭੰਡਾਰੇ ਭਰਪੂਰ ਕਰਨੇ, ਖੁਸ਼ੀਆਂ ਖੜੇ ਚੜ੍ਹਦੀਆਂ ਕਲਾਂ ਬਖਸ਼ਣੇ। ਕਿਸੇ ਦੇ ਘਰ ਤੁਹਾਨੂੰ ਕੋਈ ਬੁਲਾਇਆ ਮੰਨ ਲਓ, ਉਹਦੇ ਘਰ ਜੋ ਲੰਗਰ ਛਕ ਕੇ ਤਾਂ ਜ਼ਰੂਰ ਅਰਦਾਸ ਕਰੋ, ਉਹਦੇ ਭਲੇ ਲਈ ਜ਼ਰੂਰ ਅਰਦਾਸ ਕਰੋ। ਜਿਹਦਾ ਖਾਈਏ ਉਹਦਾ ਭਲਾ ਵੀ ਮੰਗੀਦਾ ਹੁੰਦਾ ਹੈ। ਲੋਕ ਸਾਧੂ ਸੰਤਾਂ ਨੂੰ ਕਿਉਂ ਭੋਜਨ ਛਕਾਉਂਦੇ ਨੇ? ਆਮ ਲੋਕਾਂ ਨੂੰ ਛਕਾਓ, ਕੋਈ ਤੁਹਾਡੇ ਲਈ ਅਰਦਾਸ ਨਹੀਂ ਕਰਦਾ, ਗੱਲਾਂ ਬਾਤਾਂ ਕਰਕੇ ਤੁਰ ਆਉਣਗੇ। ਸਾਧੂ ਨੂੰ ਭੋਜਨ ਛਕਾਓਗੇ, ਭੋਜਨ ਛਕਣ ਤੋਂ ਬਾਅਦ ਜ਼ਰੂਰ ਅਰਦਾਸ ਕਰੇਗਾ। ਅਤੇ ਜੇ ਤੁਸੀਂ ਕਹਿੰਦਾ ਜੀ ਮਹਾਰਾਜ ਜੀ ਆਪ ਫਲਾਣੀ ਅਰਦਾਸ ਕਰ ਦਿਓ, ਉਹ ਵੀ ਅਰਦਾਸ ਕਰ ਦਿਓ, ਭਾਈ ਨੇ ਪੁੱਤਰ ਦੀ ਦਾਤ ਦਿਓ, ਇਹਨਾਂ ਦੇ ਕਾਰੋਬਾਰ 'ਚ ਵਾਧੇ ਹੋਣ, ਜੋ ਕੁਛ ਵੀ। ਕਈ ਵਾਰੀ 5 ਪਿਆਰਿਆਂ ਨੂੰ ਸੱਦ ਕੇ ਲੰਗਰ ਛਕਾਉਂਦੇ ਨੇ, ਫਿਰ ਉਹਨਾਂ ਤੋਂ ਅਰਦਾਸ ਕਰਾਉਂਦੇ ਨੇ। ਰਾਮਪੁਰ ਖੇੜੇ ਵਾਲੇ ਮਹਾਂਪੁਰਖ ਕਹਿੰਦੇ ਇੱਕ ਮਾਈ ਸਾਡੇ ਕੋਲ ਆਈ, ਕਹਿੰਦੇ ਜੀ ਮੈਂ 5 ਪਿਆਰਿਆਂ ਨੂੰ ਲੰਗਰ ਛਕਾਉਣਾ। ਅਸੀਂ ਕਿਹਾ ਸਾਨੂੰ ਟਾਈਮ ਦੇ ਦਿਓ। ਉਹਨੇ ਟਾਈਮ ਦੇ ਦਿੱਤਾ ਫਲਾਣੇ ਦਿਨ ਦਾ। ਕਹਿੰਦੇ ਮੈਂ 4 ਹੋਰ ਆਪਣੇ ਸਾਥੀ ਤਿਆਰ ਕਰ ਲਏ, 5 ਚਲੇ ਗਏ। ਅਸੀਂ ਲੰਗਰ ਛਕ ਲਿਆ। ਸਾਨੂੰ ਕਿਸੇ ਨੂੰ ਅਰਦਾਸ ਹੀ ਨਹੀਂ ਸੀ ਆਉਂਦੀ 5 'ਚ। ਅਸੀਂ ਲੰਗਰ ਪਾਣੀ ਛਕ ਕੇ ਉੱਠ ਖੜ੍ਹੇ। ਉਹ ਮਾਈ ਕਹਿੰਦੀ ਭਾਈ ਤੁਸੀਂ ਅਰਦਾਸ ਤਾਂ ਕੀਤੀ ਨਹੀਂ, ਤੁਸੀਂ ਸਾਡਾ ਲੰਗਰ ਛਕਿਆ, ਤੁਸੀਂ ਅਰਦਾਸ ਤਾਂ ਕੀਤੀ ਨਹੀਂ। ਕਹਿੰਦੇ ਮੈਂ ਕਿਹਾ ਵੀ ਮਾਤਾ ਜੀ ਸਾਨੂੰ ਅਰਦਾਸ ਤਾਂ ਕਰਨੀ ਨਹੀਂ ਆਉਂਦੀ। ਕਹਿੰਦੇ ਅੱਛਾ ਰੋਟੀਆਂ ਖਾਣੀਆਂ ਆਉਂਦੀਆਂ ਨੇ, ਅਰਦਾਸ ਨਹੀਂ ਕਰਨੀ ਆਉਂਦੀ। ਆ ਗਏ 5 ਪਿਆਰੇ ਬਣ ਕੇ। ਕਹਿੰਦੇ ਸਾਡੀ ਚੰਗੀ ਲਾਹ ਪਾ ਕੀਤੀ, ਫਿਰ ਆ ਕੇ ਘਰ ਆ ਕੇ ਅਰਦਾਸ ਯਾਦ ਕੀਤੀ ਵੀ ਹਾਂ ਜਿਹਦਾ ਖਾਈਦਾ ਉਹਦੇ ਭਲੇ ਲਈ ਅਰਦਾਸ ਵੀ ਕਰੀਦੀ। ਚੰਗੀ ਸਾਡੀ ਲਾਹ ਪਾ ਕੀਤੀ। ਅੱਛਾ ਕਹਿੰਦੇ ਰੋਟੀਆਂ ਖਾਣੀਆਂ ਆਉਂਦੀਆਂ ਨੇ।
ਅਰਦਾਸ ਕਰਨ ਵੇਲੇ ਕਿ ਸਾਨੂੰ ਅਰਦਾਸ ਨਹੀਂ ਆਉਂਦੀ, ਵੱਡੇ ਪੰਜ ਪਿਆਰੇ ਬਣੇ ਫਿਰਦੇ ਨੇ। ਕਿਉਂ ਫਿਰ ਮਹਾਂਪੁਰਖਾਂ ਜੇ ਸਿਫਤ ਹੁੰਦੀ ਹੋਏ ਉਹ ਜੋ ਵਾਪਸ ਸੱਚੋ ਸੱਚ ਲਿਖਦੇ ਨੇ ਆਪਣੀ ਕਿਤਾਬਾਂ 'ਚ। ਉਹ ਲੁਕਾਉਂਦੇ ਲੁਕਾਉਂਦੇ ਕੋਈ ਨਹੀਂ, ਉਹ ਆਪਣੀ ਕਮਜ਼ੋਰੀਆਂ ਲੁਕਾਉਂਦੇ ਨਹੀਂ। ਇੱਕ ਮਹਾਂਪੁਰਖਾਂ ਦਾ ਮੈਂ ਜੀਵਨ ਪੜ੍ਹ ਰਿਹਾ ਸੀ, ਕਹਿੰਦਾ ਮੈਂ ਕਲਕੱਤੇ ਹੁੰਦਾ ਸੀ। ਚਲੋ ਭਗਤੀ ਮੇਰੀ ਅੱਛੀ ਸੀ, ਐਵੇਂ ਕਹੀਏ, ਦਾਤੇ ਦੀ ਕਿਰਪਾ ਸੀ। ਮੇਰਾ ਵੇਸਵਾ ਨਾਲ ਸੰਬੰਧ ਹੋ ਗਿਆ। ਹੁਣ ਪਰਮਾਤਮਾ ਨੇ ਮੈਨੂੰ ਇਸ ਪਾਸਿਓਂ ਹਟਾਉਣਾ ਸੀ। ਕਹਿੰਦਾ ਸਿਮਰਨ 'ਚ ਮੈਂ ਬੈਠਾ, ਮੈਨੂੰ ਵਿੱਚੋਂ ਕੱਢ ਲਿਆ। ਮੈਨੂੰ ਵਿੱਚੋਂ ਕੱਢ ਕੇ ਨਾ ਐਸੀ ਥਾਂ 'ਤੇ ਲੈ ਗਏ ਜਿਵੇਂ ਵੱਡਾ ਸਾਰਾ ਕਮਰਾ ਹੁੰਦਾ, ਉਹਦੇ 12 ਦਰਵਾਜ਼ੇ ਲੱਗੇ ਹੋਏ ਸਨ। ਇੱਕ ਦਰਵਾਜ਼ੇ ਦੇ ਅੱਗੇ ਲੈ ਗਏ। ਕਹਿੰਦਾ ਮੈਂ ਕੀ ਦੇਖਦਾ, ਪਾਣੀ ਉਬਲ ਰਿਹਾ ਹੈ, ਉਬਲ ਰਿਹਾ ਪਾਣੀ ਹੈ, ਵਿੱਚ ਬਿੱਛੂ ਵੀ ਫਿਰਦੇ ਨੇ, ਸੱਪ ਵੀ ਫਿਰਦੇ ਨੇ। ਉਹਨਾਂ ਮੈਨੂੰ ਮਾਰਿਆ ਧੱਕਾ, ਉਸ ਪਾਣੀ 'ਚ ਸੁੱਟਤਾ। ਉਹ ਮੇਰਾ ਤਾਂ ਸਰੀਰ ਮੱਚਣ ਲੱਗ ਗਿਆ, ਡੰਗ ਮਾਰਨ ਲੱਗ ਗਿਆ। ਕਹਿੰਦੇ ਮੈਨੂੰ ਇੱਕਦਮ ਸੁਖਮਨੀ ਸਾਹਿਬ ਯਾਦ ਆ ਗਿਆ। ਆਦਿ ਗੁਰੇ ਨਮੈ ਜੁਗਾਦ ਗੁਰੇ ਨਮੈ ਜਦੋਂ ਕਿਹਾ, ਉਹਦੀ ਬਾਂਹ ਫੜ ਕੇ ਮੈਨੂੰ ਬਾਹਰ ਕੱਢ ਲਿਆ ਅਤੇ ਵਾਪਸ ਛੱਡ ਗਏ। ਕਹਿੰਦੇ ਲੱਗ ਗਿਆ ਪਤਾ? ਮੈਂ ਕਿਹਾ ਹਾਂ ਜੀ ਲੱਗ ਗਿਆ, ਅੱਗੇ ਤੋਂ ਨਹੀਂ ਕਰਦਾ। ਪਰਮਾਤਮਾ ਫਿਰ ਕੋਈ ਵਿਧ ਬਣਾਉਣ ਦਾ ਸੁਧਾਰਨਾ ਵੀ ਹੁੰਦਾ ਨਾ ਆਪਣੇ ਪਿਆਰੇ ਨੂੰ। ਹਾਂਜੀ ਉਹਨੇ ਸਾਫ਼ ਲਿਖਿਆ, ਕੋਈ ਲੁਕੋ ਨਹੀਂ ਰੱਖਿਆ ਉਹਨਾਂ ਨੇ। ਹਾਂ ਵੀ ਮੈਂ ਤਾਂ ਬੜਾ ਵਧੀਆ ਸੀ, ਮੈਂ ਤਾਂ ਭਜਨ ਬੰਦਗੀ ਕਰਦਾ ਸੀ। ਕਹਿੰਦੇ ਫਿਰ ਆਪਾਂ ਨੇ ਸਭ ਕੁਝ ਛੱਡ ਛੁਡਾ ਕੇ ਲੱਗ ਗਏ ਬਸ ਇਸ ਪਾਸੇ ਕਿ ਦਾਤੇ ਦੀ ਕਿਰਪਾ ਹੋ ਗਈ। ਸੋ ਗੁਰੂ ਮਹਾਰਾਜ ਕਹਿੰਦੇ ਹਮ ਮਤਹੀਨ ਮੂਰਖ ਮੁਗਧ ਅੰਧੇ ਸਤਿਗੁਰ ਮਾਰਗ ਪਾਏ। ਖਿਆਲ ਰੱਖਣਾ ਕਿੱਥੇ ਰੁਕਣਾ, ਕਿਤੇ ਗੜਬੜ ਨਾ ਹੋ ਜਾਏ। ਜੇ ਕਿਤੇ ਕਹਿੰਦਾ ਹਮ ਮਤਹੀਨ ਮੂਰਖ ਮੁਗਧ ਅੰਧੇ ਸਤਿਗੁਰ, ਫਿਰ ਤਾਂ ਗੜਬੜ ਸਾਰੀ ਗੁਰੂ ਨੇ। ਪਾਠ ਕਰਦੇ ਕਿੱਥੇ ਕੌਮਾ ਲਾਉਣਾ, ਇਹਦਾ ਬੜਾ ਧਿਆਨ ਰੱਖਣਾ ਚਾਹੀਦਾ ਹੁੰਦਾ ਹੈ। ਹਮ ਮਤਹੀਨ ਮੂਰਖ ਮੁਗਧ ਅੰਧੇ ਸਤਿਗੁਰ ਮਾਰਗ ਪਾਏ। ਅਸੀਂ ਤਾਂ ਕਹਿੰਦੇ ਮਤਹੀਣ ਸੀ, ਮੂਰਖ ਸੀ, ਮੁਗਧ ਦਾ ਮਹਾਂਮੂਰਖ ਸੀ, ਅੰਧੇ ਅਗਿਆਨੀ ਸੀ। ਗੁਰੂ ਨੇ ਸਾਨੂੰ ਸਿੱਧੇ ਰਾਹ ਪਾਤਾ, ਮਾਰਗ ਪਾਇਆ, ਸਿੱਧੇ ਰਾਹ ਪਾਤਾ। ਨਾਨਕ ਗੁਰਮੁਖ ਸ਼ਬਦ ਸੁਹਾਵੇ, ਅਣਦਿਨ ਹਰ ਗੁਣ ਗਾਏ। ਗੁਰੂ ਦੇ ਦਿੱਤੇ ਸ਼ਬਦ ਨਾਲ ਜਦੋਂ ਕੋਈ ਆਪਣੇ ਜੀਵਨ ਨੂੰ ਸੁਹਾਵਣਾ ਬਣਾ ਲੈਂਦਾ ਹੈ, ਵਧੀਆ ਬਣਾ ਲੈਂਦਾ ਹੈ, ਅਣਦਿਨ ਹਰ ਗੁਣ ਗਾਏ। ਉਹ ਦਿਨ ਰਾਤ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ। ਆਪ ਕਰਾਏ ਕਰੇ ਆਪ ਜੀਓ, ਆਪੇ ਸ਼ਬਦ ਸਵਾਰੇ। ਪਰਮਾਤਮਾ ਆਪ ਹੀ ਕਰਾਉਣ ਵਾਲਾ ਹੈ, ਆਪ ਹੀ ਕਰਨ ਵਾਲਾ ਹੈ। ਪਰਮਾਤਮਾ ਜੋ ਕਰਨਾ ਚਾਹੇ ਕਰ ਸਕਦਾ ਹੈ, ਜੋ ਕਿਸੇ ਤੋਂ ਕਰਾਉਣਾ ਚਾਹੇ ਕਰਵਾ ਸਕਦਾ ਹੈ। ਆਪੇ ਸ਼ਬਦ ਸਵਾਰੇ, ਅਤੇ ਆਪ ਹੀ ਆਪਣੇ ਨਾਮ ਰਾਹੀਂ ਮਨੁੱਖ ਦੇ ਜੀਵਨ ਨੂੰ ਸਵਾਰਦਾ ਹੈ। ਜਦੋਂ ਉਹਨੇ ਕਿਸੇ ਜੀਵਨ ਨੂੰ ਸਵਾਰਨਾ ਹੈ, ਉਹਦਾ ਗੁਰੂ ਨਾਲ ਮੇਲ ਕਰਨ ਦਾ। ਗੁਰੂ ਮਹਾਰਾਜ ਫਿਰ ਉਹਨੂੰ ਗੁਰਮੰਤਰ ਦਿੰਦੇ ਨੇ, ਫਿਰ ਉਹ ਗੁਰਮੰਤਰ ਦਾ ਜਾਪ ਕਰਦਾ ਹੈ ਅਤੇ ਹੌਲੀ ਹੌਲੀ ਇਹ ਕਲਾਸ ਇਨਸਾਨ ਹੋ ਜਾਂਦਾ ਹੈ। ਹੁਣ ਸੱਜਣ ਠੱਗ ਵਰਗਿਆਂ ਨੂੰ ਸਵਾਰਨਾ ਸੀ ਪਰਮਾਤਮਾ ਨੇ। ਗੁਰੂ ਨਾਨਕ ਨੇ ਕਿਹਾ ਜਾ ਉਹਨਾਂ ਕੋਲ। ਮੈਂ ਕਿਹਾ ਸੋਚਦਾ ਕਿੰਨੇ ਭਾਗਾਂ ਵਾਲੇ ਲੋਕ ਸਨ ਜਿਨ੍ਹਾਂ ਕੋਲ ਗੁਰੂ ਨਾਨਕ ਦੇ ਚੱਲ ਕੇ ਆਏ। ਆਪਾਂ ਤਾਂ ਗੁਰੂ ਕੋਲ ਜਾਂਦੇ ਹਾਂ, ਚੱਲ ਕੇ ਤਰਲੇ ਕੱਢਦੇ ਰਹਿੰਦੇ ਜੀ, ਆਹ ਦੇ ਦਿਓ ਜੀ, ਆਹ ਦੇ ਦਿਓ ਜੀ। ਕੋਈ ਮਿਲਿਆ ਕਦੇ ਨਾ ਮਿਲਿਆ। ਉਹ ਕਿੰਨੇ ਭਾਗਾਂ ਵਾਲੇ ਲੋਕ ਹੈਗੇ। ਠੱਗ ਨੇ। ਪਰ ਗੁਰੂ ਮਹਾਰਾਜ ਨੂੰ ਹੁਕਮ ਦਿੱਤਾ ਵੀ ਜਾ ਭਾਈ ਉਹਨੂੰ ਜਾ ਕੇ ਸੁਧਾਰ। ਗੁਰੂ ਮਹਾਰਾਜ ਨੂੰ ਸੁਧਾਰਤਾ, ਭਜਨ ਬੰਦਗੀ ਵਾਲੇ ਪਾਸੇ ਲਾ ਦਿੱਤਾ ਹੈ। ਕਿਰਪਾ ਪਰਮਾਤਮਾ ਕਰਦਾ ਹੈ, ਸਿਰਫ ਇਹਨੇ ਗੁਰੂ ਰਾਹੀਂ ਕਰਦਾ ਹੈ। ਜਦੋਂ ਵੀ ਕਿਸੇ ਇਨਸਾਨ 'ਤੇ ਪਰਮਾਤਮਾ ਨੇ ਕਿਰਪਾ ਕਰਨੀ, ਗੁਰੂ ਰਾਹੀਂ ਕਰਨੀ ਹੈ। ਹੁਣ ਕਈ ਅੱਜ ਮੇਰਾ ਜੀ ਕਾਰੋਬਾਰ ਨਹੀਂ ਚੱਲਦਾ। ਹੁਣ ਕਾਰੋਬਾਰ ਤਾਂ ਗੁਰੂ ਦੀ ਕਿਰਪਾ ਨਾਲ ਚੱਲਣਾ ਹੈ, ਅਤੇ ਗੁਰੂ ਸਾਡਾ ਕੌਣ ਹੈ? ਬਾਣੀ। ਇਸ ਲਈ ਅਸੀਂ ਨੂੰ ਬਾਣੀ ਦਿੰਦੇ ਹਾਂ, ਇਹ ਬਾਣੀ ਪੜ੍ਹ, ਇਹ ਬਾਣੀ ਪੜ੍ਹ। ਕੰਮ ਤਾਂ ਗੁਰੂ ਨੇ ਸਵਾਰਨਾ।
ਅਸੀਂ ਤਾਂ ਉਹਦਾ ਕਾਰਜ ਨਹੀਂ ਸਵਾਰਨਾ, ਅਸੀਂ ਤਾਂ ਸਿਰਫ ਉਹਨੂੰ ਗੁਰਬਾਣੀ ਦੇਣੀ ਹੈ। ਤੂੰ ਬਾਣੀ ਪੜ੍ਹ, ਬਾਣੀ ਗੁਰੂ ਹੈ, ਗੁਰੂ ਮਹਾਰਾਜ ਤੇਰਾ ਕਾਰਜ ਸਵਾਰ ਦੇਣਗੇ। ਉਹ ਬਾਣੀ ਪੜ੍ਹਦਾ ਰਹਿੰਦਾ, ਗੁਰੂ ਮਹਾਰਾਜ ਦਾ ਕਾਰਜ ਸਵਾਰ ਦਿੰਦੇ ਨੇ। ਬਸ ਸਿਰਫ ਇੰਨਾ ਹੈ ਕਿ ਪਰਮਾਤਮਾ ਕਿਸੇ ਨੂੰ ਸਾਧਨ ਬਣਾ ਲੈਂਦਾ ਗੁਰੂ ਨਾਲ ਮਿਲਾਉਣ ਦਾ, ਅਤੇ ਗੁਰੂ ਸਾਧਨ ਹੁੰਦਾ ਪਰਮਾਤਮਾ ਨਾਲ ਮਿਲਾਉਣ ਦਾ। ਸੰਤ ਮਾਤਾ ਹਰ ਦਿਵਾਲੀ ਪਾਏ, ਗੁਰੂ ਵਾਲੇ ਬਣੋ, ਗੁਰੂ ਵਾਲੇ ਬਣੋ। ਕਈ ਸੁਣ ਕੇ ਜਿਹੜਾ ਹੈ ਗੁਰੂ ਵਾਲੇ ਬਣ ਜਾਂਦੇ ਨੇ। ਸਾਧੂ ਦਾ ਕੰਮ ਹੈ ਗੁਰੂ ਨਾਲ ਮਿਲਾਉਣਾ, ਅਤੇ ਗੁਰੂ ਮਹਾਰਾਜ ਦਾ ਕੰਮ ਹੈ ਰੱਬ ਨਾਲ ਮਿਲਾਉਣਾ। ਸੋ ਇਸ ਲਈ ਸਾਡੀ ਤਾਂ ਸਿਰਫ ਆਹੀ ਡਿਊਟੀ ਲੱਗੀ ਹੋਈ ਹੈ ਕਿ ਭਾਈ ਇਹ ਜਿਸ ਬਾਣੀ ਦੇ ਸ਼ਬਦ ਨਾਲ, ਜਿਸ ਬਾਣੀ ਨਾਲ ਇਹਦਾ ਕਾਰਜ ਸਮਰਦਾ ਹੈ, ਉਹ ਬਾਣੀ ਇਸ ਨੂੰ ਦੇਣੀ ਹੈ। ਬਸ ਅੱਗੇ ਤਾਂ ਗੁਰੂ ਨੇ ਸਵਾਰਨਾ ਹੈ। ਕਿੰਨੀ ਕੋਈ ਸ਼ਰਧਾ ਨਾਲ ਬਾਣੀ ਪੜ੍ਹਦਾ ਹੈ, ਕਿੰਨੀ ਟਾਈਮ ਪੜ੍ਹਦਾ ਹੈ, ਇਹ ਉਹਦੇ 'ਤੇ ਨਿਰਭਰ ਕਰਦਾ ਹੈ। ਉਹਦੀ ਅਗਰ ਸ਼ਰਧਾ ਹੀ ਨਹੀਂ ਹੈਗੀ ਤਾਂ ਫਿਰ ਕੰਮ ਆਪੇ ਲੇਟ ਹੋ ਜਾਂਦੇ ਨੇ। ਇੱਕ ਬੀਬੀ ਮੈਂ 40 ਦਿਨ ਪਾਠ ਕੀਤਾ ਜੀ, ਮੇਰਾ ਕੰਮ ਨਹੀਂ ਹੋਇਆ। ਮੈਂ ਕਿੰਨੀ ਦੇਰ ਪਾਠ ਕਰਦੇ ਕਿ 10-15 ਮਿੰਟ ਕਰਦੇ ਸੀ। ਮੈਂ ਕਿੰਨੇ ਸਮੇਂ ਲਈ ਮੈਂ ਦਿੱਤਾ, ਕਹਿੰਦੀ 1 ਘੰਟਾ। ਮੈਂ ਫਿਰ ਤੁਹਾਨੂੰ 1 ਘੰਟਾ ਰੋਜ਼ ਪਾਠ ਕਰਨ, ਤੁਸੀਂ 10-15 ਮਿੰਟ ਕਰਦੇ, ਫਿਰ ਇਸ ਤਰ੍ਹਾਂ ਹੋਊਗਾ। ਹੁਣ 4 ਗੁਣਾ ਲੱਗੇ ਰਹੋ ਟਾਈਮ। ਤੁਸੀਂ 15 ਮਿੰਟ ਕਰਦੇ ਸੀ, ਠੀਕ ਹੈ, ਤਾਂ ਫਿਰ ਉਹ ਜੇ ਘੰਟਾ ਕਰਨਾ ਤਾਂ ਫਿਰ ਤੁਹਾਨੂੰ 4 ਚਲੀਹੇ ਕਰਨੇ ਪੈਣਗੇ, 15-15 ਮਿੰਟਾਂ ਦੇ ਲੱਗੇ ਰਹੋ। ਫਿਰ ਸਾਡੀ ਸ਼ਰਧਾ ਭਾਵਨਾ 'ਤੇ ਵੀ ਨਿਰਭਰ ਕਰਦੀ ਹੈ, ਅਸੀਂ ਕਿੰਨੀ ਸ਼ਰਧਾ ਭਾਵਨਾ ਗੁਰੂ ਦੀ ਬਾਣੀ ਪੜ੍ਹ ਰਹੇ ਹਾਂ। ਅਤੇ ਜੇ ਭਾਈ ਉਹੀ ਠੂੰ ਠੱਪ ਜੀ ਕਰ ਰਹੇ ਹੋ, ਫਿਰ ਨਹੀਂ ਗੱਲ ਬਣਿਆ ਕਰਦੀ। ਗੁਰੂ ਮਹਾਰਾਜ ਸਾਡੀ ਭਾਵਨਾ ਨੂੰ ਜਾਣਦੇ ਨੇ, ਤਾਂ ਗੁਰੂ ਮਹਾਰਾਜ ਕਹਿੰਦੇ ਆਪੇ ਸਤਿਗੁਰ ਆਪ ਸ਼ਬਦ ਜੀਓ, ਜੁਗ ਜੁਗ ਭਗਤ ਪਿਆਰੇ। ਪਰਮਾਤਮਾ ਆਪ ਹੀ ਸਤਿਗੁਰੂ ਹੈ, ਆਪ ਹੀ ਸਤਿਗੁਰੂ ਦਾ ਸ਼ਬਦ ਹੈ। ਹਰ ਯੁੱਗ ਦੇ ਭਗਤ ਉਹਨੂੰ ਪਿਆਰੇ ਲੱਗਦੇ ਨੇ। ਇਹ ਨਹੀਂ ਕੋਈ 7 ਯੁੱਗ ਦੇ ਭਗਤ ਪਿਆਰੇ ਲੱਗ ਜਾਂ ਤ੍ਰੇਤੇ ਦੁਆਪਰ ਦੇ, ਨਹੀਂ। ਹਰ ਯੁੱਗ ਦੇ ਭਗਤ ਹੋਏ ਨੇ, ਉਹ ਪਰਮਾਤਮਾ ਨੂੰ ਪਿਆਰੇ ਲੱਗਦੇ। ਕੋਈ ਵੀ ਭਗਤੀ ਕਰਦਾ ਪਰਮਾਤਮਾ ਨੂੰ ਪਿਆਰਾ ਲੱਗਦਾ। ਉਹਨੂੰ ਕਹਿੰਦੇ ਭਗਤ ਵੱਛਲ ਨੇ। ਵੱਛਲ ਹੁੰਦਾ ਪਿਆਰ ਕਰਨ ਵਾਲਾ, ਭਗਤ ਵੱਛਲ ਭਗਤੀ ਨੂੰ ਪਿਆਰ ਕਰਨ ਵਾਲਾ। ਜਿਹੜਾ ਭਗਤੀ ਕਰਦਾ ਪਰਮਾਤਮਾ ਉਸ ਨੂੰ ਪਿਆਰ ਕਰਦਾ ਹੈ। ਬਸ ਜੁਗ ਜੁਗ ਭਗਤ ਪਿਆਰੇ, ਹਰ ਆਪ ਸਵਾਰੇ, ਆਪੇ ਭਗਤੀ ਲਾਏ। ਹਰ ਯੁੱਗ 'ਚ ਭਗਤ ਹੋਏ। ਪਰਮਾਤਮਾ ਨੇ ਆਪ ਭਗਤੀ ਕਰਾ ਕੇ ਉਹਨੇ ਜੀਵਨ ਨੂੰ ਸਵਾਰਿਆ, ਆਪ ਹੀ ਉਹਨਾਂ ਨੂੰ ਭਗਤੀ ਵਾਲੇ ਪਾਸੇ ਲਾਇਆ। ਭਗਤੀ ਨਾਲ ਜੀਵਨ ਸੰਵਰਦਾ ਹੈ। ਪਰਮਾਤਮਾ ਦਾ ਨਾਮ ਜਪਣਾ ਜੀਵਨ ਸੰਵਰਦਾ ਹੈ। ਸੁਧਰਿਆ ਹੋਇਆ ਜੀਵਨ ਹੀ ਅਸਲ ਵਧੀਆ ਜੀਵਨ ਹੁੰਦਾ ਹੈ। ਜਿੰਨਾ ਚਿਰ ਸਾਡਾ ਅੰਦਰ ਸਾਫ਼ ਨਹੀਂ ਹੁੰਦਾ, ਪਹਿਲਾਂ ਸਾਨੂੰ ਉਹਨਾਂ ਚਿਰ ਭਗਤੀ ਕਰਨੀ ਪੈਂਦੀ ਹੈ। ਨਾਮ ਧਨ ਨਹੀਂ ਇਕੱਠਾ ਹੁੰਦਾ। ਮੰਨ ਲਓ ਤੁਸੀਂ 1 ਲੱਖ ਕਰਜ਼ਾ ਦੇਣਾ ਹੈ, ਤੁਸੀਂ ਰੋਜ਼ 500 ਰੁਪਈਆ ਉਤਾਰਨਾ ਸ਼ੁਰੂ ਕਰ ਦਿੱਤਾ, ਤਾਂ 1 ਲੱਖ ਉਤਰਦਿਆਂ ਜਿੰਨਾ ਸਮਾਂ ਲੱਗੇਗਾ, ਉਹਨਾਂ 'ਚ ਤੁਹਾਡੇ ਕੋਲ ਨਾਮ ਧਨ ਨਹੀਂ, ਉਹ ਤਾਂ ਤੁਸੀਂ ਕਰਜ਼ਾ ਲਾਉਂਦੇ ਰਹੇ। ਜਦੋਂ ਲੱਖ ਕਰਜ਼ਾ ਉਤਰ ਜਾਵੇਗਾ, ਤੁਸੀਂ 500 ਰੁਪਈਆ ਫਿਰ ਜਮ੍ਹਾਂ ਕਰਨਾ ਸ਼ੁਰੂ ਕਰਦਾ ਬੈਂਕ 'ਚ, ਸਮਝੋ ਅੱਜ ਤੋਂ ਸ਼ੁਰੂ ਹੋ ਗਿਆ ਤੁਹਾਡਾ ਜਮ੍ਹਾਂ, ਨਾਮ ਧਨ ਇਕੱਠਾ ਹੋਣਾ ਸ਼ੁਰੂ ਹੋ ਗਿਆ। ਕਾਫੀ ਸਾਰਾ ਸਮਾਂ ਜਿਹੜੀ ਸਾਡੀ ਬਾਣੀ ਹੈ, ਸਾਡਾ ਨਾਮ ਹੈ, ਉਹ ਤਾਂ ਸਾਡੇ ਕੂੜ ਕਬਾੜ ਨੂੰ ਅੰਦਰੋਂ ਸਾਫ਼ ਕਰਨ 'ਤੇ ਲੱਗ ਜਾਂਦੀ ਹੈ। ਜਦੋਂ ਅੰਦਰੋਂ ਸਾਰਾ ਕੂੜ ਕਬਾੜ ਸਾਫ਼ ਹੋ ਜਾਂਦਾ ਹੈ, ਫਿਰ ਨਾਮ ਧਨ ਇਕੱਠਾ ਹੋਣਾ ਸ਼ੁਰੂ ਹੁੰਦਾ ਹੈ। ਇਸ ਲਈ ਕਹਿੰਦੇ ਪਰਮਾਤਮਾ ਆਪ ਹੀ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ, ਆਪ ਹੀ ਉਹਨਾਂ ਦੇ ਜੀਵਨ ਨੂੰ ਸਵਾਰਦਾ ਹੈ, ਆਪ ਹੀ ਉਹਨਾਂ ਨੂੰ ਭਗਤੀ 'ਤੇ ਲਾਉਂਦਾ ਹੈ। ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ। ਦਾਨਾ ਸਿਆਣੇ ਨੂੰ ਕਹਿੰਦੇ ਨੇ, ਬੀਨਾ ਜਾਣੀ ਜਾਣ ਨੂੰ ਕਹਿੰਦੇ ਨੇ।
ਜਿਵੇਂ ਦੂਰਬੀਨ, ਬੀਨ ਹੁੰਦਾ ਵੇਖਣ, ਦੂਰੋਂ ਵੇਖਣ, ਉਹ ਵੇਖ ਲੈਂਦਾ ਵੀ ਇਹ ਮਨੁੱਖ ਕਿਹੋ ਜਿਹਾ ਹੈ, ਉਹਨੂੰ ਸਭ ਪਤਾ। ਦਾਨਾ ਬੀਨਾ ਇਸ ਲਈ ਪਰਮਾਤਮਾ ਨੂੰ ਕਹਿੰਦੇ ਨੇ। ਪਰਮਾਤਮਾ ਆਪੇ ਹੀ ਦਾਨ ਹੈ, ਸਿਆਣਾ ਹੈ, ਆਪੇ ਬੀਨਾ ਹੈ, ਦੇਖਣ ਵਾਲਾ ਹੈ, ਜਾਣੀ ਜਾਣ ਹੈ, ਆਪੇ ਸੇਵ ਕਰੇ ਅਤੇ ਆਪ ਹੀ ਜੀਵ ਤੋਂ ਆਪਣੀ ਸੇਵਾ ਸਿਮਰਨ ਕਰਵਾਉਂਦਾ ਹੈ। ਆਪੇ ਗੁਣਦਾਤਾ ਅਵਗੁਣ ਘਾਟੇ, ਹਿਰਦੈ ਨਾਮ ਵਸਾਏ। ਪਰਮਾਤਮਾ ਗੁਣਾਂ ਦਾ ਦਾਤਾ ਹੈ, ਉਹ ਆਪ ਹੀ ਜੀਵ ਦੇ ਔਗੁਣਾਂ ਨੂੰ ਕੱਟਦਾ ਹੈ। ਜਦੋਂ ਔਗੁਣ ਖਤਮ ਕਰ ਦਿੰਦਾ ਹੈ, ਹਿਰਦੈ ਨਾਮ ਵਸਾਏ, ਫਿਰ ਉਹਦੇ ਹਿਰਦੇ 'ਚ ਨਾਮ ਵਸਾ ਦਿੰਦਾ ਹੈ। ਉਹ ਕੀ ਕਰਦਾ, ਪਹਿਲਾਂ ਸਾਡੇ ਔਗੁਣ ਖਤਮ ਕਰਦਾ, ਫਿਰ ਹਿਰਦੇ 'ਚ ਨਾਮ ਵਸਾਉਂਦਾ। ਬਾਣੀ 'ਚ ਕਿਹਾ ਵੀ ਜਿਹੜਾ ਸਿਆਣਾ ਕਿਸਾਨ ਹੁੰਦਾ ਹੈ, ਉਹ ਪਹਿਲਾਂ ਖੇਤ ਨੂੰ ਸਾਫ਼ ਕਰਦਾ ਹੈ। ਜਦੋਂ ਖੇਤ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ, ਫਿਰ ਉਹਦੇ ਵਿੱਚ ਬੀਜ ਬੀਜਦਾ ਹੈ। ਪਹਿਲਾਂ ਧਰਤੀ ਸਾਧ ਕੇ ਸੱਚ ਨਾਮ ਦੇ ਦਾਣ, ਦਾਣ ਮਿਣੇ ਦਾਣਾ। ਪਹਿਲਾਂ ਸਾਡੇ ਹਿਰਦਾ ਰੂਪੀ ਧਰਤੀ ਨੂੰ ਸਾਫ਼ ਕਰਦਾ, ਬੁਰਾਈ ਅੰਦਰੋਂ ਕੱਢ ਦਿੰਦਾ, ਕੂੜ ਕਬਾੜ ਕੱਢ ਦਿੰਦਾ ਹੈ, ਫਿਰ ਨਾਮ ਦੀ ਦਾਤ ਦਿੰਦਾ ਹੈ, ਫਿਰ ਨਾਮ ਦੀ ਦਾਤ ਦਿੰਦਾ ਹੈ। ਉਹ ਪਹਿਲਾਂ ਸਾਡੇ ਔਗੁਣ ਕੱਟਦਾ ਹੈ। ਆਪੇ ਗੁਣਦਾਤਾ ਅਵਗੁਣ ਘਾਟੇ। ਪਰਮਾਤਮਾ ਜੋ ਗੁਣਾਂ ਦਾ ਦਾਤਾ ਹੈ, ਉਹ ਅੰਦਰੋਂ ਔਗੁਣ ਕੱਟ ਦਿੰਦਾ ਹੈ, ਹਿਰਦੈ ਨਾਮ ਵਸਾਏ, ਅਤੇ ਹਿਰਦੇ ਵਿੱਚ ਆਪਣੇ ਨਾਮ ਨੂੰ ਵਸਾ ਦਿੰਦਾ ਹੈ। ਨਾਨਕ ਸਦ ਬਲਿਹਾਰੀ ਸੱਚੇ ਵਿਟੋ, ਵਿਟੋ ਹੁੰਦਾ ਤੂੰ। ਜਦੋਂ ਤੂੰ ਤੋਂ ਭਾਵ ਹੋਵੇ, ਉਦੋਂ ਹਾਹੇ 'ਤੇ ਟਿੱਪੀ ਲੱਗਦੀ ਹੁੰਦੀ ਹੈ। ਨਾਨਕ ਸਦ ਬਲਿਹਾਰੀ ਸੱਚੇ ਵਿਟੋ। ਗੁਰੂਆਂ ਕਿ ਅਸੀਂ ਪਰਮਾਤਮਾ ਤੋਂ ਬਲਿਹਾਰ ਜਾਂਦੇ ਹਾਂ, ਆਪੇ ਕਰੇ ਕਰਾਏ, ਕਿਉਂਕਿ ਉਹ ਆਪ ਹੀ ਕਰਨ ਵਾਲਾ ਹੈ, ਆਪ ਹੀ ਸਭ ਕੁਛ ਕਰਾਉਣ ਵਾਲਾ ਹੈ। ਅਸੀਂ ਤਾਂ ਉਸ ਤੋਂ ਬਲਿਹਾਰ ਜਾਂਦੇ ਹਾਂ। ਸੋ ਰੱਬ ਦੇ ਗੁਣ ਦੱਸੇ ਨੇ। ਆਪੇ ਗੁਣ ਦਾਤਾ ਅਵਗੁਣ ਘਾਟੇ, ਹਿਰਦੈ ਨਾਮ ਵਸਾਏ। 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 ਨਾਨਕ ਸਦ ਬਲਿਹਾਰੀ ਸੱਚੇ ਵਿਟੋ, ਆਪੇ ਕਰੇ ਕਰਾਏ। 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 ਸੋ ਸਾਡਾ ਕੰਮ ਹੈ ਉਹਦਾ ਨਾਮ ਜਪੀ ਜਾਣਾ। ਗੁਰੂ ਦੇ ਆਖੇ ਲੱਗ ਕੇ ਜੇ 3 ਵੱਡੀਆਂ ਬੁਰਾਈਆਂ ਨੇ, ਉਹਨਾਂ ਨੂੰ ਤਿਆਗ ਦੇਣਾ। ਕੋਈ ਹਰਾਮ ਦੀ ਕਮਾਈ ਕਿਸੇ ਨੂੰ ਚਾਹੇ 1 ਪੈਸਾ ਵੀ ਹੈ, ਉਹ ਛੱਡ ਦੇਣੀ। 10 ਨੌਂ ਦੀ ਕਿਰਤ ਕਰਨੀ। ਹਰਾਮ ਦੀ ਕਮਾਈ ਵਾਲੇ ਨੂੰ, ਨਸ਼ਈ ਨੂੰ ਅਤੇ ਬਲਾਤਕਾਰੀ ਨੂੰ ਪਰਮਾਤਮਾ ਨਹੀਂ ਮਿਲਦਾ। ਇੱਕ ਤੇ 10 ਨੌਂ ਦੀ ਕਿਰਤ ਕਰਨੀ ਪਏਗੀ, ਹਰ ਪ੍ਰਕਾਰ ਦੇ ਨਸ਼ੇ ਤੋਂ ਬਚਣਾ ਪਏਗਾ, ਅਤੇ ਆਪਣੇ ਚਾਲ ਚਲ ਨੂੰ ਉੱਚਾ ਰੱਖਣਾ ਪਏਗਾ। ਜਦੋਂ ਕਿਸੇ ਵਿਅਕਤੀ 'ਚ 3 ਗੁਣ ਹੋਣ, ਉਹ ਬੜੀ ਖੁਸ਼ੀ ਨਾਲ ਪਰਮਾਤਮਾ ਦਾ ਨਾਮ ਜਪ ਸਕਦਾ ਹੈ, ਉਹਦੀ ਤਰੱਕੀ ਆਪਣੇ ਆਪ ਹੀ ਹੋ ਜਾਏਗੀ। ਅਗਰ ਤਿੰਨਾਂ 'ਚ ਕੋਈ ਇੱਕ ਵੀ ਲੁਕਵਾਂ ਨੁਕਸ ਅੰਦਰ ਹੈ, ਇਹ ਤਰੱਕੀ ਨਹੀਂ ਹੋਵੇਗੀ, ਤਰੱਕੀ ਨਹੀਂ ਹੋਵੇਗੀ। ਝੂਠੇ ਮਨ ਨੂੰ ਜਿੰਨੀ ਮਰਜ਼ੀ ਤਸੱਲੀ ਦੇਈ ਜਾਓ, ਲੋਕ ਵੀ ਤੈਨੂੰ ਵੇਖ ਕੇ ਬੱਲੇ ਬੱਲੇ ਬਹੁਤ ਭਜਨ ਬੰਦਗੀ ਕਰਦੇ ਆ ਜੀ। ਔਰ ਐਂ ਸਮਝੋ ਇਹ ਜਿਹੜੀ ਬੁਰਾਈਆਂ ਨੇ, ਇਹ ਹੈਗਾ ਕੀੜਾ। ਫਸਲ ਨੂੰ ਜੇ ਕੀੜਾ ਲੱਗ ਜਾਏ ਨਾ, ਫਸਲ ਹੁੰਦੀ ਨਹੀਂ ਹੈਗੀ। ਕਬੀਰ ਅਖਬਾਰ 'ਚ ਆਉਂਦਾ, ਕਪਾਹ ਨੂੰ ਪੀਲੀ ਸੁੰਡੀ ਲੱਗ ਗਈ, ਫਲਾਣਾ ਹੋ ਗਿਆ ਜੀ। ਜਦੋਂ ਕੀੜਾ ਲੱਗ ਗਿਆ, ਫਸਲ ਨਹੀਂ ਹੁੰਦੀ। ਇਸ ਤਰ੍ਹਾਂ ਸਾਡੇ ਨਾਮ ਰੂਪੀ ਫਸਲ ਹੈ। ਅਗਰ ਤਿੰਨਾਂ 'ਚੋਂ ਇੱਕ ਵੀ ਕੀੜਾ ਲੱਗ ਗਿਆ, ਨਾਮ ਨੂੰ ਫਲ ਨਹੀਂ ਲੱਗਦਾ ਹੈ, ਫਿਰ ਗੱਲ ਬਣਦੀ ਨਹੀਂ ਹੈਗੀ।
ਸੱਚਾ ਸੁੱਚਾ ਜੀਵਨ ਬਤੀਤ ਕਰਨਾ ਪੈਣਾ ਹੈ। ਫਿਰ ਭਜਨ ਬੰਦਗੀ ਕਰੋ, ਫਿਰ ਅੱਜ ਕੁਝ ਕੱਲ੍ਹ ਕੁਝ, ਆਪੇ ਸਮਾਂ ਪਾ ਕੇ ਤਰੱਕੀ ਹੁੰਦੀ ਰਹੇਗੀ, ਹੁੰਦੀ ਰਹੇਗੀ, ਹੁੰਦੀ ਰਹੇਗੀ। ਸੋ ਇਸ ਲਈ ਗੁਰੂ ਮਹਾਰਾਜ ਕਿਰਪਾ ਕਰਨ, ਆਪਾਂ ਸ਼ੁਭ ਕਰਮ ਕਰੀਏ, ਬਾਣੀ ਪੜ੍ਹੀਏ, ਨਾਮ ਜਪੀਏ, ਮੌਜ ਕਰੀਏ। ਠੀਕ ਹੈ, ਇਸ ਸੰਸਾਰ 'ਚ ਬੁਰਾਈ ਹੈ, ਇਸ ਸੰਸਾਰ 'ਚ ਬੁਰੇ ਲੋਕ ਹਨ। ਤੁਸੀਂ ਭਾਵੇਂ ਕਿੰਨੇ ਵੀ ਚੰਗੇ ਕਿਉਂ ਨਾ ਹੋ ਲਓ, ਫਿਰ ਵੀ ਕੋਈ ਨਾ ਕੋਈ ਤੁਹਾਡਾ ਬੁਰਾ ਕਰ ਦੇਗਾ, ਕਿਉਂਕਿ ਬੁਰਾਈ ਬਹੁਤ ਆਲੇ ਦੁਆਲੇ। ਤੁਸੀਂ ਕਿਸੇ ਦੇ ਭਲੇ ਲਈ ਉਹਨੂੰ ਉਧਾਰ ਦਿੱਤਾ ਵੀ ਚਲੋ ਯਾਰ ਇਹਨੂੰ ਲੋੜ ਹੈ, ਇਹਨੂੰ ਦੇ ਦਿਓ, ਉਹ ਮੋੜਦੇ ਨਹੀਂ, ਤੁਹਾਡੇ ਮੋੜਦੇ ਨਹੀਂ। ਤੁਸੀਂ ਤਾਂ ਸਹੀ ਸੀ, ਲੋੜਵੰਦ ਦੀ ਤੁਸੀਂ ਮਦਦ ਕੀਤੀ ਵੀ ਚਲੋ ਕੋਈ ਨਹੀਂ ਭਾਈ, ਕੱਲ੍ਹ ਨੂੰ ਮੈਨੂੰ ਵੀ ਲੋੜ ਪੈਸੇ ਦੀ, ਮੇਰੀ ਸਹਾਇਤਾ ਕਰੂਗਾ, ਅੱਜ ਮੈਂ ਦੀ ਸਹਾਇਤਾ ਕਰਦਾ, ਉਹ ਮੋੜਦੇ ਹੀ ਨਹੀਂ ਹੈਗੇ। ਇਸ ਲਈ ਕਈ ਵਾਰੀ ਅਸੀਂ ਭਾਵੇਂ ਕਿੰਨੇ ਵੀ ਵਧੀਆ ਕਿਉਂ ਨਾ ਹੋਈਏ, ਸਮਾਜ ਮਾੜੇ ਵਿੱਚ ਰਹਿਣ ਕਾਰਨ ਸਾਡਾ ਕੋਈ ਨਾ ਕੋਈ ਨੁਕਸਾਨ ਕਰਦਾ ਰਹਿੰਦਾ ਹੈ, ਕੋਈ ਨਾ ਕੋਈ ਸਾਡਾ ਨੁਕਸਾਨ ਕਰਦਾ ਰਹਿੰਦਾ ਹੈ। ਪਰ ਸਾਨੂੰ ਇਹ ਤਸੱਲੀ ਹੁੰਦੀ ਹੈ ਕਿ ਘੱਟ ਤੋਂ ਘੱਟ ਮੈਂ ਤਾਂ ਨਹੀਂ ਇਸ ਤਰ੍ਹਾਂ ਕੋਈ ਮਾੜਾ ਕੀਤਾ। ਮਨ ਦੀ ਤਸੱਲੀ ਹੋਣੀ ਚਾਹੀਦੀ ਕਿ ਮੈਂ ਕੋਈ ਮਾੜਾ ਕੰਮ ਨਹੀਂ ਕਰ ਰਿਹਾ, ਬਸ ਆਪਣਾ ਭਜਨ ਬੰਦਗੀ ਕਰਦੇ ਰਹਿਣਾ। ਬਾਕੀ ਜੇ ਤੁਸੀਂ ਕਹੋ ਵੀ ਮੈਂ ਚੰਗਾ ਅਤੇ ਦੂਜੇ ਚੰਗੇ ਹੋ ਜਾਣਗੇ, ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਮੈਂ ਚੰਗਾ, ਆਪਾਂ ਚੰਗੇ ਬਣਨੇ ਬਸ। ਫਿਰ ਵੀ ਸਾਡੀ ਜ਼ਿੰਦਗੀ 'ਚ ਦੁੱਖ ਆ ਸਕਦੇ ਨੇ। ਹੁਣ ਚੋਰ ਨੇ ਸਾਧ ਨਹੀਂ ਵੇਖਣਾ ਵੀ ਸਾਧ ਹੈ, ਇਹਦੇ ਚੋਰੀ ਨਾ ਕਰੋ ਨਾ। ਲੋਕ ਤਾਂ ਗੁਰੂ ਦੀ ਗੋਲਕ 'ਚ ਪੈਸੇ ਕੱਢ ਲੈਂਦੇ ਨੇ, ਅਸੀਂ ਕਿਤੇ ਵਿਚਾਰੇ ਹਾਂ। ਮੈਂ ਕਈ ਵਾਰੀ ਸੋਚਦਾ, ਭਲਿਓ ਮਾਨਸੋ, ਆਪਾਂ ਕਿਸੇ ਘਰ ਚੋਰੀ ਕਰੀਏ, ਫੜੇ ਜਾਈਏ, ਅਸੀਂ ਗੁਰੂ ਨੂੰ ਤਰਲੇ ਕੇ ਸੱਚੇ ਪਾਤਸ਼ਾਹ ਅੱਗੇ ਤੋਂ ਨਹੀਂ ਕਰਦਾ, ਮੇਰੇ 'ਤੇ ਕਿਰਪਾ ਕਰਦੇ। ਜੇ ਹੁਣ ਗੁਰੂ ਦੀ ਗੋਲਕ ਦੀ ਚੋਰੀ ਕਰ ਲਈ, ਫਿਰ ਕਿੱਦੇ ਅੱਗੇ ਤਰਲੇ ਕੱਢਾਂਗੇ? ਉਹ ਕਿ ਤੂੰ ਤਾਂ ਮੈਨੂੰ ਨਹੀਂ ਛੱਡਿਆ, ਤੂੰ ਤਾਂ ਮੈਨੂੰ ਨਹੀਂ ਛੱਡਿਆ। ਅਸੀਂ ਇਤਨੇ ਅਗਿਆਨੀ ਹਾਂ ਕਿ ਅਸੀਂ ਇਹੀ ਖਿਆਲ ਨਹੀਂ ਕਰਦੇ ਕਿ ਅਸੀਂ ਗੁਰੂ ਦੇ ਘਰ ਨੂੰ ਲੁੱਟਣ ਲੱਗ ਗਏ ਹਾਂ। ਤੁਸੀਂ ਗੋਲਕ 'ਚ ਪੈਸੇ ਪਾਤੇ, ਇਹ ਹੁਣ ਗੁਰੂ ਦੇ ਹੋ ਗਏ ਨੇ, ਇਹ ਕਮੇਟੀ ਦੇ ਨਹੀਂ ਹੋਏ। ਕਮੇਟੀ ਨੇ ਬਿਲਡਿੰਗ ਬਣਾਉਣ 'ਚ, ਲੰਗਰ ਲਾਉਣ 'ਚ ਤੁਹਾਡੇ ਭਲੇ ਲਈ ਖਰਚ ਕਰਨੇ। ਹੁਣ ਜੇ ਇਸ 'ਚ ਮੈਂ ਹੀ ਖਾਣ ਲੱਗ ਜਾਣਾ, ਫਿਰ ਛਿੱਤਰ ਹੀ ਖਾਣੇ ਨੇ ਅੱਗੇ ਜਾ ਕੇ। ਉਹ ਕਹਿ ਆ ਜਾ ਪ੍ਰਧਾਨ, ਪਹਿਲਾਂ ਤੇਰੀ ਪ੍ਰਧਾਨਗੀ ਕੱਢਦੇ ਆ। ਗੁਰੂ ਦੇ ਪੈਸੇ ਨੇ, ਇਹ ਬੜੇ ਧਿਆਨ ਨਾਲ। ਹਾਂ, ਇਸ ਤਰ੍ਹਾਂ ਦਾ ਇੱਕ ਵਾਰੀ ਸਰਦਾਰ ਗੁਲਜ਼ਾਰ ਸਿੰਘ ਕਹਿੰਦੇ ਵੀ ਮੇਰੀ ਨਾ ਇੱਕ ਸਕੂਲ 'ਚ ਡਿਊਟੀ ਲਾਤੇ ਪ੍ਰਿੰਸੀਪਲ ਨੇ, ਆਪਣੇ ਸਤਸੰਗੀ ਸਨ ਉਹ, ਵੀ ਤੂੰ ਉੱਥੇ ਸਹਿਜ ਪਾਠ ਕਰਦੇ। ਉਹ ਆਉਣ 'ਤੇ 50 ਰੁਪਈਏ ਕਿਰਾਇਆ ਲੱਗਦਾ ਸੀ ਬੱਸ ਦਾ। ਮੈਂ ਲੈ ਕੇ ਨਾ ਗਿਆ, ਉਹਨਾਂ ਨੂੰ ਕੋਈ ਕੰਮ ਸੀ, ਉਹ ਆਪਣੀ ਕਾਰ ਲੈ ਕੇ ਆ ਗਏ। ਜਦੋਂ ਮੈਂ ਉੱਠਿਆ, ਮੇਰੇ ਕੋਲ ਪੈਸੇ ਕੋਈ ਨਾ, ਮੈਂ ਵਾਪਸ ਪਟਿਆਲੇ ਕਿਵੇਂ ਜਾਵਾਂ? ਬੜਾ ਵਕਤ ਖੜਾ ਹੋ ਗਿਆ। ਪੀਐਨ ਨੂੰ ਮੈਂ ਪੁੱਛਿਆ, ਭਾਈ 50 ਰੁਪਏ ਉਧਾਰੇ ਦੇ? ਕਹਿੰਦਾ ਮੇਰੇ ਕੋਲ ਤਾਂ ਹੈ ਨਹੀਂ। ਸਕੂਲ ਬੰਦ ਹੋ ਗਿਆ। ਸੋਚੀ ਗਿਆ ਵੀ ਕਰਾਂ ਕਿ, ਟੈਲੀਫੋਨ ਉਦੋਂ ਹੁੰਦੇ ਕੋਈ, ਮੋਬਾਈਲ ਕੋਈ ਨਹੀਂ, ਹੈ ਨਹੀਂ ਸੀ ਮੇਰੇ ਕੋਲ। ਵੀ ਮੈਂ ਪ੍ਰਿੰਸੀਪਲ ਵੀ ਤੁਸੀਂ ਪੈਸੇ ਨਹੀਂ ਦੇ ਕੇ ਗਏ, ਅਤੇ ਮੇਰੇ ਜੇਬ 'ਚ ਨਹੀਂ, ਮੈਂ ਪਟਿਆਲੇ ਕਿਵੇਂ? ਕਹਿੰਦਾ ਮੈਂ ਗੁਰੂ ਮਹਾਰਾਜ ਨੂੰ ਅਰਦਾਸ ਕੀਤੀ, ਸੱਚੇ ਪਾਤਸ਼ਾਹ ਵੀ ਮੈਂ ਕੱਲ੍ਹ ਨੂੰ 50 ਰੁਪਏ ਮੋੜ ਦਾਂਗਾ, ਮੈਂ ਅੱਗੋਂ 50 ਚੱਕਣ ਲੱਗਾ। ਮੈਂ ਸੱਚੀ ਗੱਲ ਕਰੀ, 50 ਰੁਪਏ ਚੱਕੇ, ਬੱਸ ਦਾ ਕਿਰਾਇਆ ਦਿੱਤਾ, ਪਟਿਆਲੇ ਆ ਗਿਆ। ਅਗਲੇ ਦਿਨ 50 ਰੁਪਏ ਘਰੋਂ ਲਏ, ਉੱਥੇ ਜਾ ਦੱਸੇ ਧਰ 'ਤੇ ਜਾ ਕੇ ਵੀ ਲਓ ਮਹਾਰਾਜ ਜੀ। ਇਸ ਤਰ੍ਹਾਂ ਤਾਂ ਹੋ ਸਕਦਾ ਹੈ ਕਿ ਉਧਾਰ ਲਿਆ, ਉਧਾਰ ਮੋੜਦਾ ਹੈ। ਹਾਂ, ਅਗਰ ਮੋੜਦਾ ਨਾ ਤਾਂ ਫਿਰ ਗੁਰੂ ਮਹਾਰਾਜ ਨਾਰਾਜ਼ ਹੋਣਾ ਸੀ, ਤੂੰ ਚੰਗਾ ਬੰਦਾ ਵੇ, ਮੈਂ ਤੇਰੇ ਡੰਗ ਸਾਰਤਾ, ਤੂੰ ਇਸੇ ਕੀਤਾ। ਇਸ ਤਰ੍ਹਾਂ ਤਾਂ ਹੋ ਸਕਦਾ ਹੈ, ਜ਼ਿੰਦਗੀ 'ਚ ਚੱਲਦਾ ਹੈ। ਆਪਾਂ ਕਿਸੇ ਉਧਾਰ ਲੈਂਦੇ ਹਾਂ, ਫਿਰ ਸੰਭਾਲ ਕੇ ਮੋੜ ਦਿੰਦੇ। ਪਰ ਜੇ ਆਪਾਂ ਮੋੜੀਏ ਹੀ ਨਾ, ਤਾਂ ਫਿਰ ਜਿਹੜਾ ਅੱਗੇ ਤੋਂ ਦੁਰਸੀਸੇ ਅਗਲੇ ਤੋਂ ਲੈਣੀ ਨਾ, ਚਾਹੇ ਬੰਦਾ ਚਾਹੇ ਕੋਈ ਹੈਗਾ। ਇਸ ਲਈ ਆਪਣੇ ਵੱਲੋਂ ਸ਼ੁਭ ਕਰਮ ਕਰਨੇ ਚਾਹੀਦੇ ਨੇ, ਕਿਸੇ ਦਾ ਮਾੜਾ ਨਹੀਂ ਕਰਨਾ ਚਾਹੀਦਾ। ਕੋਈ ਕਰਦਾ ਹੈ ਤਾਂ ਫਿਰ ਦੇਖੋ, ਐ ਯੂ ਸੋ ਸ਼ੈਲ ਯੂ ਰੀਪ। ਜਿਹੋ ਜਿਹਾ ਕੋਈ ਕਰਮ ਕਰੇਗਾ, ਫਿਰ ਭੋਗਣ ਲਈ ਤਿਆਰ ਹੋ ਜਾਏਗਾ। ਕਿਤੇ ਜਾਏਗਾ, ਕਿਤੇ ਬਚ ਤਾਂ ਸਕਦਾ ਨਹੀਂ। ਕਰਮ ਤੇ ਭੋਗਣੇ ਹੀ ਪੈਂਦੇ ਨੇ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਇਹ ਭੋਗਣ ਤੋਂ ਬਿਨਾਂ ਖਹਿੜਾ ਨਹੀਂ ਛੁੱਟਦਾ ਹੈਗਾ। ਇਸ ਲਈ ਗੁਰੂ ਮਹਾਰਾਜ ਕਿਰਪਾ ਕਰਨ, ਸਾਡੇ ਤੋਂ ਕੋਈ ਮਾੜਾ ਕੰਮ ਹੀ ਨਾ ਕਰਾਉਣ। ਜਾਣੇ 'ਚ ਅਣਜਾਣੇ 'ਚ ਕਿਰਪਾ ਕਰਨ, ਬੇਨਤੀਆਂ ਕਰਦੇ ਰਹਿਣਾ, ਸੱਚੇ ਪਾਤਸ਼ਾਹ ਸਮੱਤ ਬਖਸ਼ਿਓ। ਕਿਉਂਕਿ ਪਤਾ ਨਹੀਂ ਕਦੋਂ ਬੁੱਧੀ ਭ੍ਰਿਸ਼ਟ ਹੋ ਜਾਏ, ਕੋਈ ਪਤਾ ਨਹੀਂ, ਵਿਸ਼ਵਾਸ ਨਹੀਂ ਹੁੰਦਾ ਮਨ ਦਾ। ਅਰਦਾਸਾਂ ਕਰਦੇ ਰਹੀਦਾ ਅਤੇ ਆਪਣਾ ਭਜਨ ਬੰਦਗੀ ਕਰਦੇ ਰਹੀਦਾ।
ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।